ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਦੀ ਹਜ਼ੂਰੀ ਵਿੱਚ ਭਾਈ ਪ੍ਰਗਟ ਸਿੰਘ ਬੀਬਾ ਮਨਪ੍ਰੀਤ ਕੌਰ ਦੇ ਸ਼ੁਭ ਆਨੰਦ ਕਾਰਜ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੀ ਗੁਰੂ ਪਿਆਰੀ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸੁਸ਼ੋਭਿਤ ਹੋਏ ਹਾਂ। ਸਾਬਤ ਸੂਰਤ ਹੋ ਕੇ ਬੈਠਿਓ, ਭਾਵ ਕਿ ਸਰੀਰ ਨੂੰ ਸੁਰਤ ਦੇ ਕੋਲ ਹੀ ਰੱਖਿਓ। ਕਿਸੇ ਨੇ ਫੁਰਨਾ ਨਹੀਂ ਬਣਾਉਣਾ ਵੀ ਸਮਾਪਤੀ ਕਦੋਂ ਕਹੂਗੀ, ਟਾਈਮ ਨਾਲ ਸਮਾਪਤੀ ਹੋਈ ਜਾਣੀ ਹੈ। ਘੜੀਆਂ ਵੱਲ ਨਾ ਵੇਖੋ, ਸਮੇਂ ਦੀ ਹੱਦ 'ਚੋਂ ਪਾਰ ਨਿਕਲ ਜਾਓ। ਸੋ ਸੁਭਾਗੀ ਜੋੜੀ ਦੇ ਆਨੰਦ ਕਾਰਜ ਵਿੱਚ ਸ਼ਾਮਲ ਹੋਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪਹੁੰਚੇ ਹਾਂ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗ੍ਰੰਥੀ ਸਿੰਘ ਜੀ ਸੰਖੇਪ ਅਰਦਾਸ ਕਰਨਗੇ, ਜਿਸ ਅਰਦਾਸ ਦੇ ਵਿੱਚ ਭਾਈ ਪ੍ਰਗਟ ਸਿੰਘ, ਇਹਨਾਂ ਦੇ ਮਾਤਾ ਪਿਤਾ ਬੀਬਾ ਜੀ ਮਨਪ੍ਰੀਤ ਕੌਰ ਤੇ ਇਹਨਾਂ ਦੇ ਮਾਤਾ ਪਿਤਾ ਸਾਵਧਾਨ ਹੋਣਗੇ। ਬਾਕੀ ਸੰਗਤ ਬੈਠੀ ਰਹੇਗੀ। ਸੰਖੇਪ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗ੍ਰੰਥੀ ਸਿੰਘ ਜੀ ਗੁਰੂ ਜੀ ਦਾ ਹੁਕਮ ਸੁਣਾਉਣਗੇ। ਆਪਾਂ ਧਿਆਨ ਲਾ ਕੇ ਹੁਕਮ ਸੁਣਾਂਗੇ। ਸਤਿਗੁਰਾਂ ਦੇ ਹੁਕਮ ਤੋਂ ਬਾਅਦ ਗੁਰਮਤਿ ਦੀ ਸਿੱਖਿਆ ਦਾਸ ਦ੍ਰਿੜ ਕਰਾਵੇਗਾ। ਇਹ ਸਿੱਖਿਆ ਦੇ ਵਿੱਚ ਹੀ ਆਪਾਂ ਅੱਜ ਦੇ ਸਮੇਂ ਮੁਤਾਬਕ ਵਿਚਾਰ ਕਰ ਲਵਾਂਗੇ। ਸਿੱਖਿਆ ਤੋਂ ਬਾਅਦ ਕਾਕਾ ਜੀ ਤੇ ਬੀਬਾ ਜੀ ਖੜੇ ਹੋ ਕੇ ਪ੍ਰਣ ਕਰਨਗੇ ਕਿ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸੁਣਿਆ ਹੈ, ਇਹ ਗੁਰਮਤਿ ਦੇ ਬਚਨਾਂ ਤੇ ਸਦਾ ਵਾਸਤੇ ਪਹਿਰਾ ਦੇਵਾਂਗੇ। ਇਹ ਪ੍ਰਣ ਲੈਣ ਤੋਂ ਬਾਅਦ ਫਿਰ ਪੱਲੇ ਦੀ ਰਸਮ ਹੋਵੇਗੀ। ਸੋ ਲੜਕੀ ਦੇ ਪਿਤਾ ਜੀ ਪ੍ਰਗਟ ਸਿੰਘ ਦਾ ਪੱਲਾ ਫੜਾਉਣਗੇ। ਜੇ ਕੀਰਤਨੀਏ ਸਿੰਘਾਂ ਨੇ ਚਾਹਿਆ ਤਾਂ ਪੜ੍ਹ ਸਕਦੇ ਨੇ, ਉਹ ਪੱਲਾ ਟੈਂਡਾ ਲਾਗੀ, ਪਰ ਇਹਦਾ ਅਰਥ ਕੀ ਆਪਾਂ ਕਥਾ ਸਮਝਾਂਗੇ। ਉਸ ਤੋਂ ਬਾਅਦ ਲਾਵਾਂ ਦਾ ਪਾਠ ਹੋਵੇਗਾ। ਪਹਿਲੀ ਲਾਮ ਦਾ ਪਾਠ ਗ੍ਰੰਥੀ ਸਿੰਘ ਜੀ ਕਰਨਗੇ। ਭਾਈ ਪ੍ਰਗਟ ਸਿੰਘ ਜੀ ਤੇ ਬੀਬਾ ਜੀ ਖੜੇ ਹੋ ਕੇ ਸ਼ਰਵਣ ਕਰਨਗੇ। ਉਸੇ ਲਾਮ ਦਾ ਕੀਰਤਨੀ ਜਥਾ ਕਰੇਗਾ। ਉਨੇ ਸਮੇਂ ਦੇ ਵਿੱਚ
ਕਾਕਾ ਜੀ ਤੇ ਬੀਬਾ ਜੀ ਆਦਰ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਪਰਿਕਰਮਾ ਕਰਨਗੇ। ਪਰਿਕਰਮਾ ਪੂਰੀ ਹੋਣ ਤੋਂ ਬਾਅਦ ਨਮਸਕਾਰ ਕਰਕੇ ਅਗਲੀ ਲਾਮ ਸੁਣਨ ਵਾਸਤੇ ਫਿਰ ਸਾਵਧਾਨ ਖੜੇ ਹੋ ਜਾਣਗੇ। ਇਹਨਾਂ ਵਾਰ-ਵਾਰ 4 ਲਾਵਾਂ ਦਾ ਪਾਠ ਤੇ ਕੀਰਤਨ ਹੋਵੇਗਾ। ਉਸ ਤੋਂ ਬਾਅਦ ਧੰਨਵਾਦ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਫਿਰ ਆਨੰਦ ਸਾਹਿਬ 6 ਪੌੜੀਆਂ। ਉਸ ਤੋਂ ਬਾਅਦ ਸੰਪੂਰਨ ਅਰਦਾਸ। ਉਸ ਤੋਂ ਬਾਅਦ ਸਮਾਪਤੀ ਦਾ ਹੁਕਮ ਸੁਣਾਂਗੇ, ਪ੍ਰਸ਼ਾਦ ਵਰਤੇਗਾ। ਉਸ ਤੋਂ ਬਾਅਦ ਜਿਨ੍ਹਾਂ ਨੇ ਵੀ ਇਸ ਭਾਗਾਂ ਵਾਲੀ ਜੋੜੀ ਨੂੰ ਆਪਣਾ ਪਿਆਰ ਦੇਣਾ, ਗਿਫਟ ਦੇ ਰੂਪ ਦੇ ਵਿੱਚ, ਸ਼ਗਨ ਦੇ ਰੂਪ ਦੇ ਵਿੱਚ, ਉਹ ਜਿੱਥੇ ਵੀ ਬਾਹਰ ਪ੍ਰਬੰਧ ਕੀਤਾ ਜਾਵੇਗਾ, ਕਿਉਂਕਿ ਆਪਣਾ ਸਮਾਜਿਕ ਕਾਰ ਵਿਹਾਰ ਹੈ। ਬਾਹਰ ਜਿੱਥੇ ਵੀ ਪ੍ਰਬੰਧ ਕੀਤਾ ਗਿਆ, ਜਿੱਥੇ ਵੀ ਇਸ ਜੋੜੀ ਨੂੰ ਵਹਾਇਆ ਗਿਆ, ਉੱਥੇ ਹੀ ਆਪ ਜੀ ਆਪਣਾ ਪਿਆਰ ਗਿਫਟ ਜਾਂ ਸ਼ਗਨ ਦੇ ਰੂਪ ਦੇ ਵਿੱਚ ਦੇ ਸਕਦੇ ਹੋ। ਉਸ ਤੋਂ ਬਾਅਦ ਸਾਰਿਆਂ ਨੇ ਭੋਜਨ ਪਾਣੀ ਛਕ ਕੇ ਜਾਣਾ। ਇਹ ਹੈ ਜੀ ਸਾਰੀ ਤਰਤੀਬ। ਹਾਂਜੀ, ਹੁਣ ਗ੍ਰੰਥੀ ਸਿੰਘ ਜੀ ਸੰਖੇਪ ਅਰਦਾਸ ਕਰਨਗੇ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦਾ ਹੁਕਮ ਸੁਣਦੇ ਹਾਂ ਜੀ। ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਸਾਰੇ ਗੁਰ ਬਾਣੀ ਹੈ। ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀ। ਸੋਹੀ ਮਹਿਲਾ ਪਹਿਲਾ। ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਆਤਮ ਲੀਣਾ ਧੋਤਾ ਹੱਛਾ ਨਾ ਹੋਏ ਸੀ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ।
ਭਾਂਡਾ ਆਤਮ ਲੀਣ ਧੋਤਾ ਹੱਛਾ ਨਾ ਹੋਏ ਸੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਏਕ ਦੁਆਰੇ ਧੋਏ ਹੱਛਾ ਹੋਏ ਸੀ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੀ। ਚੱਲਿਆ ਪਦ ਸਿਉ ਜਨਮ ਸਵਾਰ ਵਾਜਾ ਵਾਏ ਸੀ। ਮਾਨਸ ਕਿਆ ਵਿਚਾਰਾ ਤਿਹੁ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੋਲ ਤਾਰਸੀ। ਮਾਨਸ ਕਿਆ ਵਿਚਾਰਾ ਤਿਹੁ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੋਲ ਤਾਰਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰੂ ਸਾਹਿਬ ਜੀ ਦਾ ਹੁਕਮ ਆਪਾਂ ਨੇ ਸਰਵਣ ਕੀਤਾ ਹੈ। ਹੁਣ ਥੋੜ੍ਹਾ ਕੁ ਸਮਾਂ ਆਪਾਂ ਸਿੱਖਿਆ ਲਵਾਂਗੇ। ਪਹਿਲਾਂ ਤਾਂ ਸਿੱਖਿਆ ਸਾਰਿਆਂ ਨੂੰ ਆਪਾਂ ਨੂੰ, ਕੁਝ ਕੁ ਦੇਰ ਬਾਅਦ ਪ੍ਰਗਟ ਸਿੰਘ ਤੇ ਬੀਬਾ ਮਨਪ੍ਰੀਤ ਨੂੰ ਸੰਬੋਧਨ ਕਰਕੇ ਬੋਲਾਂਗੇ। ਸੋ ਜੋ ਇੱਥੇ ਬੋਲਿਆ ਜਾਣਾ ਸਿੱਖਿਆ ਤਾਂ ਸਾਰਿਆਂ ਵਾਸਤੇ ਹੀ ਹੈ। ਲਓ ਜੀ, ਪਹਿਲਾਂ ਤਾਂ ਆਪਾਂ ਜੋ ਸਾਰੇ ਸਿੱਖਿਆ ਲੈ ਲਈਏ। ਪਹਿਲੀ ਗੱਲ ਤਾਂ ਇਹ ਹੈ, ਜਦੋਂ ਆਪਾਂ ਧੀ ਪੁੱਤ ਦਾ ਵਿਆਹ ਸ਼ਾਦੀ ਕਰਨਾ ਦਿਨ ਕੋਈ ਨਹੀਂ ਕਢਾਉਣਾ। ਮੈਨੂੰ ਤਾਂ ਲੱਗਦਾ ਵੀ ਉਸ ਦਿਨ 'ਤੇ ਆਪਾਂ ਆਨੰਦ ਕਾਰਜ ਕਰਿਆ ਕਰੀਏ, ਜਿਸ ਦਿਨ ਨੂੰ ਜਿਹੜੀ ਮਨੂਵਾਦੀ ਯੰਤਰੀ ਆ ਮਾੜਾ ਦਿਨ ਕਹਿੰਦੀ ਹੈ। ਨਾਲੇ ਪਤਾ ਲੱਗ ਜਾਣਾ ਵੀ ਸਿੱਖ ਇੱਕ ਨਿਆਰੀ ਕੌਮ ਹੈ, ਕਿਉਂਕਿ ਗੁਰਮਤ ਕੀ ਹੈ, ਕੋਈ ਵੀ ਦਿਨ ਮਾੜਾ ਨਹੀਂ। ਆਪਣੇ ਗੁਰੂ ਬਾਬਾ ਜੀ ਕਹਿੰਦੇ ਬੇਦਸ ਮਾਹ ਰੁੱਤੀ ਤਿੱਤੀ ਬਾਰ ਭਲੇ। ਗੁਰੂ ਨਾਨਕ ਸਾਹਿਬ ਦਾ ਵਚਨ ਹੈ 12 ਮਹੀਨੇ ਸਾਰੀਆਂ ਰੁੱਤਾਂ ਸਾਰੀਆਂ ਤਿੱਤਾਂ ਸਾਰੇ ਦਿਨ ਚੰਗੇ ਹੁੰਦੇ ਆ। ਮਾਲਕ ਜੀ ਨੇ ਕੋਈ ਵੀ ਦਿਨ ਮਾੜਾ ਨਹੀਂ ਬਣਾਇਆ। ਮਾੜੇ ਦਿਨਾਂ ਦੀ ਕਾਢ ਆਜ਼ਾਦੀ ਨੇ ਕੱਢੀ ਹੈ ਲੋਕਾਂ ਨੂੰ ਭਰਮ 'ਚ ਪਾ ਕੇ ਲੁੱਟਣ ਵਾਸਤੇ। ਉਹ ਕਹਿੰਦਾ ਕੋਈ ਕੰਮ ਕਰਨਾ ਮੈਨੂੰ ਪੁੱਛੋ। ਗੁਰੂ ਬਾਬਾ ਜੀ ਕਹਿੰਦੇ ਕਿਸੇ ਨੂੰ ਨਾ ਪੁੱਛੋ। ਉਹ ਕਹਿੰਦਾ ਕੋਈ ਕੰਮ ਕਰਨਾ ਮੈਨੂੰ ਪੁੱਛੋ, ਪਰ ਗੁਰੂ ਬਾਬਾ ਜੀ ਕਹਿੰਦੇ ਕਿਸੇ ਨੂੰ ਨਾ ਪੁੱਛੋ। ਕੋਈ ਵੀ ਦਿਨ ਕੋਈ ਵੀ ਫਿੱਤਵਾਰ ਮਾੜਾ ਨਹੀਂ ਹੁੰਦਾ। ਇਹ ਸਾਡੀਆਂ ਮਾਵਾਂ ਭੈਣਾਂ ਵੀ ਦਿਲ ਕਰਨ। ਕੋਈ ਕੰਮ ਕਰਨਾ ਕਦੇ ਵੀ ਕੋਈ ਦਿਨ ਜਾਂ ਫਿੱਤਵਾਰ ਜਾਂ ਮਹੂਰਤ ਨਹੀਂ ਕਢਾਉਣਾ ਹੁੰਦਾ। ਹਾਂ, ਕੋਈ ਕਾਰਜ ਕਰਨਾ ਅਰਦਾਸ ਜ਼ਰੂਰ ਕਰੋ। ਕੀਤਾ ਲੋੜ ਗਿਆ ਕੰਮ ਸੋ ਹਰ ਪੈ ਹੈ
ਆਖੀ ਹੈ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ, ਸਾਖੀ ਹੈ ਇਹਦਾ ਪੜ੍ਹਨਾ। ਸਤਿਗੁਰੂ ਸੱਚੇ ਸਾਖੀ ਹੈ, ਭਾਵ ਗਵਾਹੀ ਦਿੰਦੇ ਆ, ਵਿਟਨੈਸ ਦਿੰਦੇ ਆ, ਸ਼ਾਦੀ ਭਰਦੇ ਆ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਰਮੇਸ਼ਰ ਅੱਗੇ ਅਰਦਾਸ ਜ਼ਰੂਰ ਕਰੋ। ਤੇ ਮਾਲਕ ਜੀ ਕੀ ਬਖਸ਼ਦੇ ਨੇ? ਉੱਤਮ, ਅਕਲ ਤੇ ਪ੍ਰੇਰਨਾ। ਹੁਣ ਆਪਣੇ ਰਾਹੀਂ ਹੈ, ਪਰ ਉਹਨੇ ਆਪਾਂ ਨੂੰ ਉੱਦਮ ਬਖਸ਼ਣਾ ਹੈ। ਉੱਤਮ ਮਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਮਾਲਕ ਜੀ ਉੱਦਮ ਦਿੰਦੇ ਹੈ, ਅਕਲ ਦਿੰਦੇ ਨੇ, ਪ੍ਰੇਰਨਾ ਬਖਸ਼ਦੇ ਅੰਦਰੋਂ ਵੀ ਪੁੱਤ ਐਂ ਕਰਨਾ। ਇੱਕ ਮਨ ਹੋ ਕੇ ਅਰਦਾਸ ਕਰੋ, ਅੰਦਰੋਂ ਆ ਜਾਓ ਪੁੱਤ ਐਂ ਕਰਨਾ। ਕਿਉਂਕਿ ਪਿਤਾ ਪਰਮੇਸ਼ਰ ਹੈ ਨਾ ਸਾਰਿਆਂ ਦਾ, ਏਕ ਪਿਤਾ ਏਕ ਸਨੇਹਾ ਮੁਬਾਰਕ, ਤੂੰ ਮੇਰਾ ਗੁਰ ਹੈ। ਪਿਤਾ ਪਰਮੇਸ਼ਰ ਅੰਦਰੋਂ ਸੇਧ ਬਖਸ਼ਦਾ ਹੈ ਵੀ ਬੇਟਾ ਐਂ ਕਰ ਲਾ। ਇਹ ਪ੍ਰਤੀਤ ਦੇ ਸੌਦੇ ਹੈ। ਸੋ ਹਰ ਕੰਮ ਤੋਂ ਪਹਿਲਾਂ ਪਰਮੇਸ਼ਰ ਅੱਗੇ ਅਸੀਂ ਅਰਦਾਸ ਕਰਨੀ ਹੈ। ਮੁਹੂਰਤ ਤਿਥਵਾਰ ਕੋਈ ਪੁੱਛਣਾ ਨਹੀਂ, ਦ੍ਰਿੜ ਕਰ ਲਿਓ ਸਾਰੇ। ਇਹ ਮੇਰੀ ਨਿੱਜੀ ਰਾਏ ਹੈ, ਤੁਹਾਨੂੰ ਫਿੱਟ ਆ ਗਈ ਤਾਂ ਮੰਨ ਲਿਓ, ਨਹੀਂ ਨਾ ਸੀ ਵੱਖਰਾ ਵਿਸ਼ਾ ਹੈ। ਵੀ ਉਹ ਦਿਨ ਤੇ ਕਰੀਏ ਜਿਹਨਾਂ ਦਿਨਾਂ ਨੂੰ ਜੰਤਰੀ ਕਹਿੰਦੀ ਮਾੜਾ ਦਿਨ ਹੈ। ਮੈਨੂੰ ਲੱਗਦਾ ਉਸ ਦਿਨ ਟੈਂਟਾਂ ਵਾਲੇ, ਸਪੀਕਰਾਂ ਵਾਲੇ, ਗੱਡੀਆਂ ਵਾਲੇ, ਹਲਵਾਈ ਵਿਹਲੇ ਹੁੰਦੇ ਆ। ਜਿਵੇਂ ਸਰਾਧਾਂ ਦੇ ਵਿੱਚ ਕਰੀਏ ਤਾਂ ਸਾਰੇ ਵਿਹਲੇ ਹੁੰਦੇ ਆ ਨਾ, ਵਧੀਆ ਹੁੰਦਾ, ਭੱਜ ਭੱਜ ਆਉਂਦੇ ਆ ਸਾਰੇ। ਚਲੋ ਮੈਂ ਆਪਣੇ ਬੱਚਿਆਂ ਦੇ ਵਿਆਹ ਉਹਨਾਂ ਦਿਨਾਂ 'ਤੇ ਕੀਤੇ ਸੀ ਜਿਨ੍ਹਾਂ ਦਿਨਾਂ ਨੂੰ ਪਾਂਡੇ ਦੀ ਜੰਤਰੀ ਬਹੁਤ ਮਾੜਾ ਕਹਿੰਦੀ ਹੈ। ਐਂਚਕਾਂ ਦੇ ਵਿੱਚ ਦੋਨੇ ਬੱਚਿਆਂ ਦੇ ਸਭ ਵਿਹਲੇ ਸੀ, ਭੱਜ ਭੱਜ ਕੇ ਆਏ। ਤੁਸੀਂ ਠੀਕ ਸਮਝੋ ਤਾਂ ਦੇਖ ਲਿਓ। ਚਲੋ ਇਹ ਹੋ ਗਿਆ ਜੀ ਪਹਿਲਾ ਨੁਕਤਾ। ਦੂਸਰਾ ਨੁਕਤਾ ਆਪਣੇ ਸਾਰਿਆਂ ਵਾਸਤੇ ਕਿ ਲੈਣ ਦੇਣ ਦੀ ਸੌਦੇਬਾਜ਼ੀ ਨਹੀਂ ਕਰਨੀ। ਆਪਣੇ ਘਰ ਦੀ ਹਾਲਤ ਮੁਤਾਬਕ ਲੋੜੀਂਦਾ ਸਮਾਨ ਲੈ ਦਿੱਤਾ, ਕੋਈ ਗੁਨਾਹ ਨਹੀਂ। ਵੀ ਆਪਸ ਵਿੱਚ ਸਲਾਹ ਮਸ਼ਵਰਾ ਕਰ ਲਓ ਵੀ ਆਹ 2-4 ਚੀਜ਼ਾਂ ਅਸੀਂ ਲੈ ਲਵਾਂਗੇ, 2-4 ਚੀਜ਼ਾਂ ਤੁਸੀਂ ਲੈ ਲਓ। ਰਲ ਮਿਲ ਕੇ ਬੱਚੇ ਨੂੰ ਲੋੜੀਂਦਾ ਸਮਾਨ ਬਣਾ ਦਿੱਤਾ, ਕੋਈ ਗੁਨਾਹ ਨਹੀਂ। ਉਹ ਵੀ ਘਰ ਦੀ ਹਾਲਤ ਮੁਤਾਬਕ। ਬੋਝ ਨਹੀਂ ਪਾਉਣਾ, ਵਿਆਜ ਤੇ ਮਾਇਆ ਨਹੀਂ ਚੁੱਕਣੀ, ਕੋਈ ਜ਼ਮੀਨ ਆਦਿਕ ਕੋਈ ਕੁਝ ਵੀ ਗਹਿਣੇ ਨਹੀਂ ਪਾਉਣਾ। ਘਰ ਦੀ ਆਰਥਿਕ ਹਾਲਤ ਮੁਤਾਬਕ ਕਹਿ ਲਓ, ਜੋ ਘਰ ਦੀ ਇਕੋਨਮੀ ਹੁੰਦੀ ਹੈ, ਆਰਥਿਕ ਹਾਲਤ ਹੁੰਦੀ ਹੈ, ਉਹਦੇ ਮੁਤਾਬਕ ਅਸੀਂ ਰਲ ਮਿਲ ਕੇ ਲੋੜੀਂਦਾ ਸਮਾਨ ਬਣਾ ਦੇਈਏ ਤਾਂ ਕੋਈ ਗੁਨਾਹ ਵਾਲੀ ਗੱਲ ਨਹੀਂ। ਪਰ ਸੌਦਾ ਨਹੀਂ ਆਪਾਂ ਕਰਨਾ। ਸੌਦਾ ਤੁਹਾਨੂੰ ਪਤਾ ਕੀ ਹੁੰਦਾ ਵੀ ਆਹ ਗੱਡੀ ਲੈਣੀ ਹੈ, ਇੰਨੇ ਨਗਦ ਲੈਣੇ ਹੈ, ਇੰਨੇ ਮੁੰਡੇ ਦੇ ਚਾਚੇ, ਇੰਨੇ ਤਾਏ, ਇੰਨੇ ਫੁੱਫੜ, ਇੰਨੇ ਮਾਸੀ, ਇੰਨੇ ਮਾਸੜ, ਇੰਨੀਆਂ ਸ਼ਾਂਪਾਂ ਬਣਦੀਆਂ। ਇਹ ਕੁਝ ਆਪਾਂ ਨਹੀਂ ਕਰਨਾ। ਸ਼ੁੱਧ ਸੋਚ ਰੱਖਣੀ ਹੈ। ਇੱਕ ਗੰਦੀ ਸੋਚ ਹੁੰਦੀ ਹੈ। ਗੰਦੀ ਸੋਚ ਕੀ ਹੁੰਦੀ ਹੈ ਵੀ ਕਿਸੇ ਧੀ ਦੇ ਬਾਪ ਦੀ, ਕਿਸੇ ਭੈਣ ਦੇ ਭਰਾਵਾਂ ਦੀ ਕਮਾਈ ਨਾਲ ਸਾਡਾ ਘਰ ਭਰ ਜੇ। ਬੋਲੋ ਸਿੰਘੋ ਸਰਦਾਰੋ, ਸੋਚ ਗੰਦੀ ਹੈ ਕਿ ਚੰਗੀ ਹੈ? ਖਾਸ ਕਰ ਮੇਰੇ ਨੌਜਵਾਨ ਵੀ ਬੋਲੋ, ਗੰਦੀ ਹੈ ਨਾ ਸੋਚ ਵੀ ਕਿਸੇ ਦੀ ਕਮਾਈ ਨਾਲ ਸਾਡਾ ਘਰ ਭਰ ਜੇ। ਚੰਗੀ ਸੋਚ ਕੀ ਹੈ ਜੀ, ਤੁਸੀਂ ਦੱਸਦੇ ਹੋ। ਚੰਗੀ ਸੋਚ ਲੈ ਸੁਣ ਲਓ, ਮਾਲਕ ਜੀ ਸਾਨੂੰ ਤੰਦਰੁਸਤੀ ਬਖਸ਼ੇ, ਮਾਲਕ ਸਾਡੀ ਕਿਰਤ ਕਮਾਈ 'ਚ ਵਾਧਾ ਪਾਵੇ, ਕਾਰੋਬਾਰ ਸੋਹਣਾ ਚੱਲੇ, ਅਸੀਂ ਆਪਣੇ ਹੱਥੀਂ ਕਮਾਈ ਕਰਕੇ ਆਪਣਾ ਸਾਰਾ ਕੁਝ ਬਣਾਈਏ। ਜਿਹਨੂੰ ਰੱਬ ਰਜਾਵੇ ਉਹ ਰੱਜਦਾ। ਉਹੀ ਰੱਜਦਾ ਨਾ, ਜਿਸ ਕਹਿ ਦੀਆ ਰਹਿ ਅਧਾਈ ਬਹੁਤ ਨਾ ਤ੍ਰਿਸ਼ਨਾ ਲਾਗੇ। ਜਿਹਨੂੰ ਰੱਬ ਰਜਾਵੇ ਉਹ ਰੱਜੇ। ਇਸ ਕਰਕੇ ਇਹ ਆਪਾਂ ਚੰਗੀ ਸੋਚ ਬਣਾ ਲਓ। ਮੈਂ ਕਿਹਾ ਸਾਰੇ ਸਿਆਣੇ ਬੈਠੇ ਨੇ, ਬਹੁਤ ਕੁਝ ਸਿਖਾਇਆ ਵੀਰ, ਭੈਣਾਂ ਵੀ ਸਿਆਣੀਆਂ, ਫਿਰ ਵੀ ਇਹ ਗਲਤੀ ਆਪਾਂ ਨਹੀਂ ਕਰਨੀ। ਜੋ ਸੌਦੇਬਾਜ਼ੀ ਹੋ ਗਈ ਫਿਰ ਤਾਂ ਰਿਸ਼ਤਾ ਕਾਹਦਾ ਹੋ ਗਿਆ? ਫਿਰ ਤਾਂ ਸੌਦਾ ਹੀ ਹੋ ਗਿਆ ਨਾ। ਮਾਫ਼ ਕਰ ਦੇਣਾ ਮੈਨੂੰ, ਕਹਿੰਦੇ ਗੁੱਸਾ ਨਾ ਕਰੇ ਕੋਈ। ਰਿਸ਼ਤੇ ਘੱਟ ਹੁੰਦੇ ਨੇ, ਸੌਦੇ ਵੱਧ ਹੁੰਦੇ ਨੇ। ਹੁਣ ਤਾਂ ਨਾ ਕਈ ਥਾਂ 'ਤੇ ਤਾਂ ਮੈਂ ਇੱਦਾਂ ਜੋ ਸੁਣਿਆ, ਆਉਂਦੀ ਤਾਂ ਸ਼ਰਮ ਜੀ ਹੈ, ਚਲੋ ਕਹਿ ਦਿੰਦੇ ਵੀ ਆਮ ਤੌਰ 'ਤੇ ਕਿਤੇ ਕੋਈ ਗੱਲ ਚੱਲਦੀ ਹੈ, ਫਿਰ ਕਿਵੇਂ ਜੀ ਕਿੱਥੇ ਚੱਲਦੀ ਹੈ? ਕਹਿੰਦੇ ਇੱਧਰੋਂ ਕਹਿੰਦੇ ਅਸੀਂ ਲੜਕੀ ਵਾਲੇ ਵੀ 10 ਲੱਖ ਲਾ ਦੇਂਗੇ। ਉਹ 17-18 ਲੱਖ ਤੇ ਖੜੇ ਸੀ। ਕੱਲ੍ਹ ਵਿਚੋਲਾ ਦੁਆਰੇ ਆਇਆ ਸੀ, ਕਹਿੰਦਾ ਵਿਚਾਲੇ ਨਹੀਂ ਕਰਾ ਦੇਣਾ। ਫਿਰ ਆਉਂਦਾ ਹੱਕ ਰੁਕ ਗਈ ਜੀ, ਗੱਲ ਰੁਕ ਜੀ ਨਹੀਂ ਸੀ। ਕਹਿੰਦਾ ਸੀ ਵਿਚਾਲੇ ਜੇ ਵੀ ਤੁਸੀਂ 10 ਤੇ ਖੜੋ, 18-14 ਤੱਕ ਵਿਚਾਲੇ ਜੀ। ਹੁਣ ਪੁੱਛਣ ਵਾਲਾ ਹੋਵੇ ਵੀ ਰਿਸ਼ਤਾ ਹੋ ਰਿਹਾ ਕਿ ਪਲਾਟ ਦਾ ਸੌਦਾ ਹੁੰਦਾ, ਵੀ ਕਾਕਾ ਕਿ ਹੁਣ ਪਲਾਟ ਹੈ, ਵੀ ਬੇਟਾ ਹੈ, ਪਾਲਿਆ, ਠੀਕ ਹੈ। ਇੱਦਾਂ ਤਾਂ ਨਹੀਂ ਨਾ ਫਿਰ ਕਰਨਾ।
ਜੇ ਮੇਰਾ ਗਲਤ ਕਹਿਣਾ ਮੈਨੂੰ ਦੱਸ ਦਿਓ, ਮੇਰਾ ਕਿਸੇ ਨੂੰ ਜਲੀਲ ਕਰਨ ਦਾ ਭਾਵ ਨਹੀਂ, ਪਰ ਸਮੇਂ ਮੁਤਾਬਕ ਕਹਿਣਾ ਪੈਂਦਾ ਨਾ ਕਿ ਕੀ ਦੱਸੋ ਹੁਣ ਕੀ ਦੱਸੋ ਵੀ ਕਾਕਾ ਕਿ ਪਲਾਟ ਹੈ, ਇੰਨਾ ਕੁ ਕਰ ਲਓ, ਇੰਨਾ ਘਟਾ ਲਓ, ਇੰਨਾ ਕੁ ਵਧਾ ਲਓ, ਇੱਥੇ ਦੀ ਗੱਲ ਚੱਲਦੀ ਹੈ, ਉੱਥੇ ਦੀ ਗੱਲ ਚੱਲਦੀ ਹੈ, ਗਲਤ ਹੈ ਕੋਈ ਨਹੀਂ। ਇਹ ਕੁਝ ਮੇਰਾ ਖਿਆਲ ਬਹੁਤੇ ਗੁਰਸਿੱਖ ਨਹੀਂ ਕਰਦੇ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਇਹ ਕੁਝ ਆਪਾਂ ਕਰਨਾ ਹੀ ਨਹੀਂ, ਗੱਲ ਖਤਮ ਹੈ, ਇਹਨੂੰ ਫੈਲਾਓ। ਰਿਸ਼ਤਿਆਂ ਦਾ ਵਪਾਰੀਕਰਨ ਹੋ ਗਿਆ ਨਾ, ਪਿਆਰ ਖਤਮ ਹੋ ਗਿਆ। ਸੋ ਪਤੀ ਪਤਨੀ ਇੱਕ ਬੜਾ ਪਵਿੱਤਰ ਰਿਸ਼ਤਾ ਆਪਾਂ ਅੱਗੇ ਸਮਝਾਂਗੇ। ਸੋ ਇਸ ਰਿਸ਼ਤੇ ਦਾ ਵਪਾਰੀਕਰਨ ਨਾ ਕਰੀਏ, ਰਿਸ਼ਤੇ ਨੂੰ ਰਿਸ਼ਤੇ ਤੱਕ ਰਹਿਣ ਦੇਈਏ। ਜਿੱਥੇ ਲਾਲਚ ਆ ਗਿਆ ਉੱਥੇ ਪਿਆਰ ਤਾਂ ਆ ਹੀ ਨਹੀਂ ਸਕਦਾ। ਸ਼ੇਖ ਫਰੀਦ ਸਾਹਿਬ ਕਹਿੰਦੇ, ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨਹੀਂ, ਕਿੱਚਰ ਝੱਟ ਲੰਘਾਈਆ, ਛੱਪਰ ਟੁੱਟੈ ਮੀਂਹ, ਟੁੱਟੇ ਛੱਪਰ ਦੀ ਜਾਰੀ ਹੈ ਕਹਿੰਦੇ। ਜਿੱਥੇ ਲਾਲਚ ਹੈ ਨਾ ਉੱਥੇ ਤਾਂ ਟੁੱਟੇ ਛੱਪਰ ਦੀਆਂ ਜਾਰੀਆਂ, ਕਿਹੜੇ ਰਿਸ਼ਤੇ ਉੱਥੇ ਟੁੱਟੇ ਛੱਪਰ ਦੀ ਜਾਰੀ। ਇਸ ਕਰਕੇ ਇਹ ਕੰਮ ਆਪਾਂ ਨਹੀਂ ਕਰਨਾ। ਦੂਜਾ ਨੁਕਤਾ ਹੋ ਗਿਆ ਕਿ ਸਾਰਿਆਂ ਵਾਸਤੇ ਦਾਜ ਦਹੇਜ ਮੰਗਣਾ ਮਨਾ ਹੈ, ਸੌਦਾ ਕਰਨਾ ਮਨਾ ਹੈ, ਖੁਸ਼ੀ ਨਾਲ ਕੋਈ ਗੁਨਾਹ ਨਹੀਂ, ਘਰ ਦੀ ਹਾਲਤ ਮੁਤਾਬਕ ਰਲ ਮਿਲ ਕੇ ਲੋੜੀ ਦਾ ਸਮਾਨ ਲੈ ਰਿਹਾ, ਕੋਈ ਗੱਲ ਨਹੀਂ। ਫਿਰ ਤੀਸਰਾ ਨੁਕਤਾ ਹੈ ਜੀ, ਲੱਚਰਵਾਦ ਤੋਂ ਸੰਕੋਚ ਕਰਨਾ ਹੈ। ਡੀਜੇ ਵਗੈਰਾ ਲਾਉਣੇ, ਡੀਜੇ ਦੇ ਗੰਦੇ ਗੀਤਾਂ ਤੇ ਬਾਂਦਰ ਟਪੂਸੀਆਂ ਮਾਰਨੀਆਂ, ਇਹ ਨਚਾਰਾਂ ਦੇ ਕੰਮ ਨਹੀਂ। ਸਿੱਖ ਕੌਮ ਕੋਈ ਨਚਾਰਾਂ ਦੀ ਕੌਮ ਨਹੀਂ। ਇਸ ਕਰਕੇ ਅਸੀਂ ਗਿਆਨ ਵਿੱਚ ਜਿਉਣ ਵਾਲੇ ਹਾਂ, ਅਸੀਂ ਤਾਂ ਸੱਚੇ ਗਿਆਨ ਨਹੀਂ ਮੱਥਾ ਟੇਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਗਿਆਨ ਹੈ ਨਾ, ਸੱਚਾ ਗਿਆਨ। ਇਸ ਕਰਕੇ ਇਹ ਕੁਝ ਨਹੀਂ ਕਰਨਾ। ਗੰਦੇ ਗੀਤ ਸੁਣਨੇ, ਡੀਜੇ ਲਾਉਣੇ, ਬੰਦ ਟਪੂਸੀਆਂ ਖੇਡ ਉਡਾਉਣੀ, ਇਹ ਕੁਝ ਆਪਾਂ ਬੰਦ ਕਰ ਦੇਣਾ। ਇੱਥੇ ਤਾਂ ਪਹਿਲਾਂ ਹੀ ਕੁਝ ਹੈ ਨਹੀਂ, ਸਾਰਿਆਂ ਵਾਸਤੇ ਸਿੱਖਿਆ, ਸਾਰਿਆਂ ਵਾਸਤੇ ਸਿੱਖਿਆ ਹੈ। ਤੇ ਗੁਰਬਾਣੀ ਵਿੱਚ ਵਚਨ ਆਉਂਦਾ ਹੈ, ਗੰਧਨ ਬੈਣ ਰਤਾ ਹਿਤਕਾਰੀ ਸ਼ਬਦੇ ਸੁਰਤ ਨਾ ਆਈ। ਭਾਈ ਤੂੰ ਤਾਂ ਗੰਦੇ ਗੀਤਾਂ ਦੇ ਵਿੱਚ ਹੀ ਪਿਆਰ ਪਾ ਲਿਆ, ਤੇਰੀ ਸ਼ਬਦ ਵਿੱਚ ਤਾਂ ਸੁਰਤ ਹੀ ਨਹੀਂ ਆਈ। ਗੰਧਨ ਬੈਣ ਦਾ ਅਰਥ ਗੰਦੇ ਗੀਤ, ਗੰਦੇ ਵਚਨ ਸੁਣ ਕੇ ਤੂੰ ਗੰਦੇ ਗੀਤਾਂ ਨਾਲ ਹਿੱਤ ਕਰਦਾ, ਪਿਆਰ ਕਰਦਾ। ਗੰਧਨ ਬੈਣ ਰਤਾ ਹਿਤਕਾਰੀ ਸ਼ਬਦੇ ਸੁਰਤ ਨਾ ਆਈ। ਗੰਧਨ ਬੈਣ ਸੁਣੇ ਉਰਝਾਵੇਂ, ਨਾਮ ਲੈਤ ਅਲਫਾਇਆ। ਕਿਤੇ ਗੁਰੂ ਜੀ ਕਹਿੰਦੇ ਗੰਦੇ ਗੀਤ ਸੁਣ ਕੇ ਮਸਤ ਹੁੰਦੇ ਤੇ ਨਾਮ ਬਾਣੀ ਸੁਣਨ ਵੇਲੇ ਤੂੰ ਆਲਸ ਕਰਦਾ। ਅੱਜ ਹੀ ਲੈ ਲਓ, ਆਲਸ ਕਰਦੇ ਹੀ ਆ ਨਾ। ਕਈ ਥਾਵਾਂ 'ਤੇ ਕੀ ਚੱਲਦਾ, ਸਾਰੇ ਨਹੀਂ ਕਹਿੰਦਾ ਭਾਗਾਂ ਨੂੰ ਦਰਬਾਰ ਸਾਹਿਬ ਭਰਿਆ ਪਿਆ ਨਹੀਂ, ਬਹੁਤੇ ਥਾਵਾਂ 'ਤੇ ਕੀ ਚੱਲਦਾ ਸਿੰਘੋ, ਕਈ ਦਿਨ ਹੁਣ ਮੈਂ ਕਹਿਣਾ ਹੀ ਪ੍ਰਚਾਰਕ ਹੈ, ਬਹੁਤੇ ਥਾਵਾਂ 'ਤੇ ਤਾਂ ਅੱਜ ਨਾ ਡੱਡੂ ਵਰਗੀ ਜਵਾਨ ਜੀ ਹੋ ਗਈ। ਡੱਡੂ ਵਾਲੀ ਜਵਾਨ ਪਤਾ ਕੀ ਕਹਿੰਦੀ, ਸਹੁਰੇ ਕੀ ਕਰੋਗੇ ਗੁਰਦੁਆਰੇ ਜਾ ਕੇ, 5-4 ਦਿਨ ਬਗ ਜਾਓ, ਮੁੰਡੇ ਦਾ ਫੁੱਫੜ ਲੈ ਜਾਓ, ਇੱਕ ਮਾਸੜ ਲੈ ਜਾਓ, ਇੱਕ ਚਾਚਾ ਤਾਇਆ ਲੈ ਜਾਓ, 2-4 ਉੱਧਰੋਂ ਆ ਜਾਣਗੇ, ਬਾਕੀ ਸਾਰੇ ਉੱਧਰ ਚੱਲਦੇ ਨੇ। ਮੈਂ ਅੱਜ ਪੈਲਸ 'ਚ ਸ਼ਰਾਬਾਂ ਦੀਆਂ ਸਟਾਲਾਂ ਲੱਗੀਆਂ ਪਈਆਂ, ਉੱਥੇ ਲੰਗਰਾਂ ਦਾ ਪ੍ਰੋਗਰਾਮ ਉੱਥੇ ਹੈ, ਆਰਕੈਸਟਰਾ ਆਈਆਂ ਬੈਠੀਆਂ, ਡੀਜੇ ਲੱਗਿਆ ਪਿਆ। ਹੁਣ ਦੱਸੋ ਵੀ ਸਿੱਖ ਦੀ ਜਵਾਨ ਹੈ ਜਿਹੜੀ ਕਹਿੰਦੀ ਗੁਰਦੁਆਰੇ ਕੀ ਕਰੋਗੇ ਜਾ ਕੇ, ਬੋਲੋ ਕਿਹਦੀ ਜਵਾਨ ਹੈ? ਡੱਡੂ ਵਾਲੀ ਜਵਾਨ। ਸਹੁਰੇ ਜਾਣੇ ਕੀ ਕਰੋਗੇ ਗੁਰਦੁਆਰੇ ਜਾ ਕੇ, ਉੱਧਰ ਚੱਲਦੇ ਆ, ਉੱਧਰ ਵੀ ਗੁਰਦੁਆਰੇ ਕੀ ਹੈ, ਲੰਗਰਾਂ ਤਾਂ ਉੱਧਰ ਹੈ। ਬਾਣੀ ਤਾਂ ਕੀ ਹੋ ਗਈ ਨਾ। ਭਾਗਾਂ ਵਾਲੇ ਵਿਰਲੇ ਹੈਗੇ ਨੇ ਜਿਹੜੇ ਕੀਰਤਨੀ ਜਥੇ ਨੂੰ ਕਹਿਣ, ਇੱਕ ਸ਼ਬਦ ਹੋਰ ਸੁਣਾ ਦਿਓ ਜੀ, ਬੜਾ ਰਸ ਬਣਿਆ। ਹੈਗੇ ਨੇ, ਮੈਂ ਨਹੀਂ ਕਹਿੰਦਾ ਹੈ ਨਹੀਂ, ਹੈਗੇ, ਪਰ ਬਹੁਤੇ ਨੇ। ਗੁਰਦੁਆਰੇ ਤਾਂ ਆ ਕੇ ਕਹਿਣਗੇ ਭਾਈ ਜੀ ਮਾੜਾ ਜਿਹਾ ਛੇਤੀ ਕਰੋ, ਤੇ ਉੱਧਰ ਗੰਦੇ ਗੀਤਾਂ ਨੂੰ 500 ਦਾ ਨੋਟ ਕਹਿੰਦੇ ਦੇ ਕੇ ਕਹਿੰਦੇ ਇੱਕ ਹੋਰ ਲਾ ਦੇ, 500 ਦਾ ਨੋਟ ਦੇ ਕੇ ਕਹਿੰਦਾ ਇੱਕ ਹੋਰ ਲਾ ਦੇ, ਉਹਨੂੰ ਇਹ ਵੀ ਚੱਲਦਾ ਹੈ। ਇਸ ਕਰਕੇ ਇਸ ਪ੍ਰਦੂਸ਼ਣ ਨੂੰ ਵੀ ਆਪਾਂ ਖਤਮ ਕਰੀਏ, ਜਿੰਨੇ ਆਇਓ ਪ੍ਰਣ ਕਰੀਏ। ਇਹ ਲੱਚਰਵਾਦ ਜਿਹੜਾ ਚੱਲਦਾ ਵਿਆਹਾਂ ਦੇ ਵਿੱਚ, ਡੀਜੇ ਦਾ ਲੱਚਰਵਾਦ, ਕਿਤੇ ਆਰਕੈਸਟਰਾ ਦੇ ਗਾਣੇ, ਸਿੱਖ ਦੀਆਂ ਅੱਖਾਂ ਕਦੇ ਵੀ ਨੱਚਦੇ ਜਿਸਮ ਨਹੀਂ ਵੇਖਦੀਆਂ। ਸ਼ੈਤਾਨ ਦਾ ਕੰਮ ਹੈ ਜਿਹੜਾ ਨੱਚਦੇ ਹੋਏ ਜਿਸਮ ਦੇਖਣਾ ਚਾਹੁੰਦਾ ਹੈ, ਸਿੱਖ ਦਾ ਕੰਮ ਨਹੀਂ। ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ, ਸ਼ੈਤਾਨ ਹੋ ਗਿਆ ਸਿੱਖ। ਸੋ ਸ਼ੈਤਾਨ ਨਹੀਂ ਬਣਨਾ ਭਾਈ। ਅਸੀਂ ਇਹ ਕੁਝ ਵਿਆਹਾਂ ਸ਼ਾਦੀਆਂ ਵਿੱਚ ਨਹੀਂ ਕਰਨਾ। ਤੀਜਾ ਨੁਕਤਾ ਹੋ ਗਿਆ ਜੀ ਆਪਣਾ ਪੂਰਾ, ਲੱਚਰਵਾਦ ਖਤਮ ਕਰੋ। ਵਿਆਹਾਂ 'ਚ ਲੱਚਰਵਾਦ ਬਹੁਤ ਚੱਲਦਾ ਹੈ। ਚੌਥਾ ਨੁਕਤਾ, ਨਸ਼ੇ ਬੰਦ। ਸ਼ਰਾਬਾਂ ਦੀਆਂ ਸਟਾਲਾਂ ਚੱਲਦੀਆਂ, ਕਈ ਥਾਵਾਂ 'ਤੇ ਤਾਂ ਉੱਥੇ ਵੇਟਰ ਵੀ ਲੜਕੀਆਂ ਲਾਈਆਂ ਹੁੰਦੀਆਂ ਜੋ ਸ਼ਰਾਬ ਦੇ ਗਲਾਸ ਲੈ ਕੇ ਇੱਦਾਂ। ਸੋ ਇਹ ਨਸ਼ੇ ਬਿਲਕੁਲ ਵਰਜਿਤ।
ਅਸਲ ਵਿੱਚ ਤਾਂ ਲਿਖੀ ਦਿਆ ਕਰੋ, ਇੱਥੇ ਨਸ਼ਾ ਵਰਤ ਕੇ ਕੋਈ ਨਾ ਆਵੇ। ਤੇ ਪ੍ਰੈਸ਼ਰ ਵੀ ਨਹੀਂ ਮੰਨਣਾ ਹੁੰਦਾ, ਮੇਰਾ ਰੁੱਸੇ ਨਾ ਗੁਰੂ ਬਾਜਾ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ। ਰਿਸ਼ਤੇਦਾਰ ਉਹ ਹੁੰਦਾ ਹੈ ਜਿਹੜਾ ਰਿਸ਼ਤੇਦਾਰ ਦਾ ਮਾਣ ਵਧਾਵੇ, ਜਿਹੜਾ ਕਹੇ ਨਾ ਜੀ ਅਸੀਂ ਤਾਂ ਲਾਜ਼ਮੀ ਪੀਣੀ ਹੈ, ਲਾਜ਼ਮੀ ਗੰਦ ਪਾਉਣਾ, ਕਾਹਦਾ ਰਿਸ਼ਤੇਦਾਰ। ਇੱਦਾਂ ਦਾ ਕੋਈ ਰੁੱਸ ਵੀ ਜਾਊ, ਮੇਰਾ ਖਿਆਲ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਕੁਝ ਅਸੀਂ ਆਪਣੇ ਹੱਡਾਂ 'ਤੇ ਹੀ ਹਟਾਇਆ ਹੋਇਆ ਕਿ ਤਾਂ ਦੱਸਿਆ ਵਿੱਚ ਦੀ ਵੀ ਮੂੰਹ ਕੋਲੇ ਮੈਂ ਕਰਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ। ਸੋ ਇੱਦਾਂ ਕੋਈ ਰੁੱਸਦਾ ਤਾਂ ਰੁੱਸ ਜਾਵੇ, ਦੱਸ ਦਿਓ ਵੀ ਭਾਈ ਸਾਡੇ ਵਿਆਹ ਦੇ ਵਿੱਚ ਨਸ਼ਾ ਆਦਤ ਨਹੀਂ ਕਰਨਾ, ਨਾ ਨਸ਼ਾ ਵਰਤਾਇਆ ਜਾਣਾ, ਨਾ ਕੋਈ ਵਰਤ ਕੇ ਆਵੇ, ਇੱਥੇ ਨਹੀਂ ਚੱਲਣਾ। ਸੋ ਇਹ ਨਸ਼ਿਆਂ 'ਤੇ ਕੰਟਰੋਲ ਕਰੀਏ ਭਾਈ। ਤੇ ਅੱਗੇ ਫਿਰ ਕਈ ਥਾਵਾਂ 'ਤੇ ਇੱਕ ਨਵਾਂ ਕੰਮ ਚੱਲਿਆ ਹੁਣ, ਪਟਾਕੇ ਚਲਾਉਣੇ। ਪਟਾਕੇ ਚਲਾਉਣ ਦਾ ਅਰਥ ਰੁਪਈਆਂ ਨੂੰ ਅੱਗ ਲਾ ਕੇ ਫੂਕਣਾ, ਤੋ ਠੀਕ ਹੈ ਜੀ। ਤੇ ਨਾਲ ਨਾਲ ਪਰਮੇਸ਼ਰ ਦੀ ਹਵਾ ਗੰਦੀ ਕਰਨੀ। ਆਪਾਂ ਤਾਂ ਪੜ੍ਹਦੇ ਹਾਂ ਪਵਨ ਗੁਰੂ, ਪਾਣੀ ਪਿਤਾ ਮਾਤਾ ਧਰਤ, ਭਾਵ ਕੇ ਵਾਤਾਵਰਨ ਨੂੰ ਬਹੁਤ ਸਤਿਕਾਰ ਦੇਣਾ, ਹਵਾ ਨੂੰ, ਪਾਣੀ ਨੂੰ, ਧਰਤੀ ਨੂੰ। ਤੇ ਇੱਥੇ ਪਟਾਕੇ ਚਲਾ ਕੇ ਹਵਾ ਗੰਦੀ ਕੀਤੀ ਜਾ ਰਹੀ ਹੈ। ਸਾਰਿਆਂ ਤੋਂ ਵੱਧ ਗੰਦ ਪੈਂਦਾ ਹੈ ਬਰੂਦ ਨਾਲ, ਪੋਟਾਸ਼। ਹੁਣ ਹਵਾ ਗੰਦੀ ਕਰਨੀ, ਹੱਥੀਂ ਰੁਪਈਆਂ ਨੂੰ ਅੱਗ ਲਾਉਣੀ, ਸ਼ਰਮਾਏਦਾਰੀ ਦੀ ਝੋਲੀ ਭਰਨੀ। ਦੱਸਿਓ ਮਾੜਾ ਜਿਹਾ ਸਿੰਘੋ ਸਰਦਾਰੋ, ਕੋਈ ਅਕਲ ਦਾ ਕੰਮ ਹੈ? ਭਰ ਦਿਓ ਮਾੜੀ ਜਿਹੀ ਸਾਂਝੀ, ਨਹੀਂ ਤਾਂ ਰਹਿਣ ਦਿਓ। ਅਕਲ ਦਾ ਕੰਮ ਹੈ ਕੋਈ? ਲੈ ਦੱਸੋ। ਕਾਕੇ ਦਾ ਵਿਆਹ ਕਹਿੰਦੇ 50,000 ਦੇ ਪਟਾਕੇ ਚਲਾ ਕੇ, ਕਈ ਵੱਡੇ ਘਰਾਂ ਚੱਲਦਾ 50,000 ਫੂਕਤਾ ਨਾ, ਨਾਲੇ ਹਵਾ ਗੰਦੀ। ਇਹ ਤੂੰ ਕਿਸੇ ਲੋੜਵੰਦ ਦੀ ਮਦਦ ਕਰ ਦਿੰਦਾ। 50,000 ਨੂੰ ਅੱਗ ਹੀ ਲਾਤੀ 50,000। ਕਹਿੰਦੇ 5,000 ਦਾ ਪਟਾਕਾ ਆਉਂਦਾ ਜੀ, ਇੱਕ 10 ਚਲਾ ਦੇ ਕਹਿੰਦੇ। ਦੱਸੋ ਇੱਦਾਂ ਭਾਈ ਸ਼ਰਮਾਏਦਾਰੀ ਦੀ ਝੋਲੀ ਨਾ ਭਰਿਆ ਕਰੋ ਤੇ ਰੁਪਈਆਂ ਨੂੰ ਅੱਗ ਲਾ ਕੇ, ਹੁਣ ਅੱਗੇ ਦੀਵਾਲੀ ਆਉਣੀ, ਉਹਨੂੰ ਵੀ ਨਾ ਅੱਗ ਲਾਇਓ ਰੁਪਈਆਂ ਨੂੰ। ਚਲੋ ਵਿਆਹ ਸ਼ਾਦੀਆਂ ਦੇ ਵਿੱਚ ਇਹ ਕੁਝ ਵੀ ਬੰਦ ਕਰ ਦਿਓ। ਇੱਕ ਹੋਰ ਚੱਲਦਾ ਆਪਣੇ 'ਚ ਨਵਾਂ, ਹੁਣ ਫਾਇਰਿੰਗ ਕਰਦੇ ਆ ਕਈ। ਫਾਇਰਿੰਗ ਕਬੀਲਾ ਯੁੱਗ ਦੀ ਰੀਤ ਹੈ। ਜਦੋਂ ਇੱਕ ਕਬੀਲੇ ਦੀ ਬੀਬੀ ਨੂੰ ਚੁੱਕ ਕੇ ਲੈ ਜਾਂਦੇ ਦੂਜੇ ਕਬੀਲੇ ਵਾਲੇ ਜ਼ਬਰਦਸਤੀ, ਉਦੋਂ ਫਾਇਰਿੰਗ ਕਰਦੇ ਹੁੰਦੇ ਸੀ ਉਹ। ਇਹ ਕਬੀਲਾ ਯੁੱਗ ਦੀ ਰੀਤ ਹੈ, ਇਹ ਆਪਣੀ 'ਚ ਰੀਤ ਨਹੀਂ। ਸੋ ਕਈਆਂ ਨੂੰ ਪਤਾ ਨਹੀਂ ਹੁੰਦਾ ਇਹ ਕੁਝ ਨਹੀਂ ਅਸੀਂ ਕਰਨਾ। ਇਸ ਕਰਕੇ ਇੱਦਾਂ ਇਹ ਹੈ ਜੀ ਜੋ ਕੁਝ ਵਿਆਹਾਂ ਦੇ ਵਿੱਚ ਚੱਲਦਾ ਹੈ। ਮੇਰੀਆਂ ਧੀਆਂ ਨੂੰ ਵੀ ਇੱਕ ਗੱਲ ਕਹਿੰਦੇ ਆ, ਬੀਬਾ ਜੀ ਗੁੱਸਾ ਨਾ ਕਰਿਓ। ਚਲੋ ਸੱਚੀ ਗੱਲ ਤੋਂ ਕੋਈ ਗੁੱਸਾ ਕਰੂ ਤਾਂ ਫਿਰ ਮਰਜ਼ੀ। ਸਿੱਖ ਦੀ ਧੀ ਵਿਆਹੁਤੀ ਪਾਰਲਰਾਂ 'ਤੇ ਨਹੀਂ ਜਾਂਦੀ ਹੁੰਦੀ, ਪੱਕਾ ਕਰ ਲਓ। ਸਿੱਖ ਦੀ ਧੀ ਵਿਆਹੁਤੀ ਪਾਰਲਰਾਂ 'ਤੇ ਜਾ ਕੇ ਅੱਖਾਂ ਨਹੀਂ ਬਣਾਉਂਦੀ ਹੁੰਦੀ। ਇਹ ਤੇ ਤੁਹਾਨੂੰ ਇੱਕ ਵਰਤੀ ਗੱਲ ਵੀ ਦੱਸਦੇ, ਗੱਲ ਮੈਂ ਕਹਿ ਦਿੱਤੀ। ਦੀਵਾਨ ਸੀ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ, GNE ਲੁਧਿਆਣਾ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਹੈ। ਤੀਜੇ ਦਿਨ ਇਹ ਗੱਲ ਹੋਈ, ਇੱਕ ਭੈਣ ਮੈਨੂੰ ਮਿਲੀ ਬਾਅਦ ਵਿੱਚ, ਪੋਸਟ ਗ੍ਰੈਜੂਏਟ ਸੀ ਉਹ ਭੈਣ, ਚੰਗੀ ਪੜ੍ਹੀ ਲਿਖੀ। ਮੈਨੂੰ ਕਹਿਣ ਲੱਗੀ ਵੀਰ ਜੀ 3 ਦੀਵਾਨ ਬਹੁਤ ਵਧੀਆ ਲੱਗ ਗਿਆ, ਮਗਰਲੇ ਦਿਨਾਂ ਤੁਸੀਂ ਮਗਰੋਂ ਥੋੜ੍ਹਾ ਜਿਹਾ ਕੰਮ ਖਰਾਬ ਕਰਤਾ। ਕਿਉਂਕਿ ਜਿਹੜੀ ਗੱਲ ਫਿੱਟ ਨਾ ਆਵੇ ਨਾ, ਉਹ ਕੰਮ ਖਰਾਬ ਹੀ ਲੱਗਦਾ ਹੁੰਦਾ। ਮੈਂ ਕਿਹਾ ਭੈਣ ਜੀ ਦੱਸੋ, ਜੇ ਕੋਈ ਗਲਤ ਗੱਲ ਆ ਤਾਂ ਆਪਾਂ ਬਾਅਦ 'ਚ ਕਦੇ ਨਹੀਂ ਕਹਾਂਗੇ, ਮੈਂ ਮਾਫੀ ਮੰਗ ਲਵਾਂ। ਕਹਿੰਦੀ ਜਿਹੜਾ ਤੁਸੀਂ ਆ ਮਗਰੋਂ ਕਹਿੰਦਾ ਅੱਜ ਵੀ ਬਿਊਟੀ ਪਾਰਲਰਾਂ ਦੇ ਨਾਲ ਜਾਇਆ ਕਰੋ, ਇਹ ਨਾ ਕਿਹਾ ਕਰੋ ਦੀਵਾਨਾਂ 'ਚ। ਮੈਂ ਕਿਹਾ ਕਿਉਂ? ਕਹਿੰਦੀ ਕੁੜੀਆਂ ਬਿਊਟੀ ਪਾਰਲਰਾਂ 'ਤੇ ਜਾਂਦੀਆਂ ਹੁੰਦੀਆਂ, ਕੁੜੀਆਂ ਬਿਊਟੀ ਪਾਰਲਰਾਂ 'ਤੇ ਜਾਂਦੀਆਂ ਹੀ ਹੁੰਦੀਆਂ। ਮੈਂ ਕਿਹਾ ਭੈਣੇ ਗੱਲ ਤਾਂ ਤੇਰੀ ਬਿਲਕੁਲ ਠੀਕ ਹੈ, ਕੁੜੀਆਂ ਜਾਂਦੀਆਂ ਹੁੰਦੀਆਂ ਬਿਊਟੀ ਪਾਰਲਰਾਂ 'ਤੇ, ਮੈਂ ਸਹਿਮਤ ਹਾਂ, ਮੈਂ ਸਹਿਮਤ ਹਾਂ। ਜਦੋਂ ਇੰਨਾ ਕਿਹਾ ਉਹ ਭੈਣ ਖੁਸ਼ ਹੋ ਗਈ ਕਿ ਉਹਨੂੰ ਲੱਗਿਆ ਵੀ ਮੈਨੂੰ ਸਹਿਮਤੀ ਦੇਤੀ। ਪਰ ਮੈਂ ਕਿਹਾ ਮੈਂ ਸਹਿਮਤ ਹਾਂ, ਕੁੜੀਆਂ ਜਾਂਦੀਆਂ ਹੁੰਦੀਆਂ ਬਿਊਟੀ ਪਾਰਲਰ 'ਤੇ, ਪਰ ਤੂੰ ਨਾ ਜਾਇਆ ਕਰ। ਜਦੋਂ ਇੰਨਾ ਕਿਹਾ ਉਹ ਭੈਣ ਮੈਨੂੰ ਹੱਸ ਕੇ ਕਹਿੰਦੀ ਲੈ ਮੇਰੇ 'ਤੇ ਪਾਬੰਦੀ ਫੇਰ ਲਾਤੀ। ਮੈਂ ਕਿਹਾ ਤੇਰੇ 'ਤੇ ਪਾਬੰਦੀ ਲਾਤੀ ਤਾਂ ਕਿ ਤੂੰ ਕੁੜੀ ਨਹੀਂ। ਇੱਕਦਮ ਸੁਚੇਤ ਹੈ, ਕੁੜੀ ਲਫ਼ਜ਼ ਬਣਿਆ ਕੂੜੇ ਤੋਂ। ਇਹ ਤਾਂ ਰੂੜੀ ਦਾ ਕੂੜਾ ਰੂੜੀ ਸਿੱਟਣਾ। ਤੈਨੂੰ ਬਣਾਇਆ ਸਤਿਗੁਰਾਂ ਨੇ ਕੌਰ। ਸੁਣੋ ਮੇਰੀਆਂ ਧੀਆਂ ਭੈਣਾਂ, ਤੂੰ ਕੀ ਹੈ? ਕੌਰ ਦਾ ਅਰਥ ਕੀ ਹੁੰਦਾ? ਸਤਿਗੁਰਾਂ ਦਾ ਛੋਟਾ ਰਾਜਕੁਮਾਰ। ਤੈਨੂੰ ਸਤਿਗੁਰੂ ਕੁੜੀ ਨਹੀਂ ਕਹਿੰਦਾ, ਤੂੰ ਕੂੜਾ ਨਹੀਂ, ਤੂੰ ਤਾਂ ਛੋਟਾ ਰਾਜਕੁਮਾਰ ਹੈ। ਜਿਵੇਂ ਇੱਕ ਬਾਪ ਆਪਣੀ ਧੀ ਨੂੰ ਲਾਡਨਾ ਕਹਿ ਦਿੰਦਾ ਹੈ, ਆਹ ਤਾਂ ਮੇਰਾ ਛੋਟਾ ਪੁੱਤ ਹੈ। ਇੱਦਾਂ ਦਸ਼ਮੇਸ਼ ਪਿਤਾ ਜੀ ਕਹਿੰਦੇ ਇਹ ਤਾਂ ਸਾਡੇ ਛੋਟੇ ਰਾਜਕੁਮਾਰ ਹੈ। ਕੌਰ ਤੂੰ ਹੈ ਰਾਜਕੁਮਾਰ ਸਤਿਗੁਰਾਂ ਦਾ, ਤੂੰ ਕੁੜੀ ਨਹੀਂ। ਕੁੜੀਆਂ ਜਾਂਦੀਆਂ ਜਾਣ,
कौर नहीं जाती होंगी। बोलो सतनाम। समझ लो कौ जे कौर है तो जाई ना, कुड़ियां तो रुक जी। तेरे तो पहला गलती हो गई वह कतरे, क्योंकि कई धियां भैनों को पता ही नहीं ना, सिक्ख्या असीं भी नहीं दित्ती। जिन्हां धियां भैनों नहीं पता कोई गल नहीं, जाया आईयां कोई गल नहीं, बस अगे तो ना ना। तो ब्यूटी पार्लर दिख सोहनी बनाउंदा धीए, दिख थोड़े समय वास्ते सचमुच नहीं सोहने बनाउंदा, सोहना बनाउंदा है गुरु का ज्ञान। सच्चा ब्यूटी पार्लर की है? सतगुरु का ज्ञान। जिथे आपां हुण बैठे हाँ ये है सच्चा ब्यूटी पार्लर, जिथे गुरु का ज्ञान सानूं गुणां नाल शंगारदा है। पढ़ो सेई सुंदर सोहणे साध संग जिन बहने, हर तन जिन्नी संजिया सही गंभीर अपार दियो। सतसंग ही सच्चा ब्यूटी पार्लर है, जिथे मनुख नूं मनुख दा स्त्री पुरुष कोई है, जिथे मनुख नूं सच्चे गुणां नाल शंगारिया जांदा है। शंगार गुरु शंगारदा है, सज्जन सच्चा पातशाह सिर शाहदा है। शाह जिस पास बैठे सोहने बन जाए, गुरु सोहने बनाउंदा है। सुन लो मेरियां धीआं भी, जिस पास बैठे आ सो ही है सबना दा विसा। हर कोई यकीन करता है। इस करके सच्चा ब्यूटी पार्लर सतगुरां दी संगत है, जिथे सानूं सोहना बनाउंदा गुरु का ज्ञान। साडा करैक्टर सोहना होवे, साडी बोलचाल सोहनी होवे, एक दूजे नाल वर्त वर्तावा सोहना होवे, जिउण दा ढंग सोहना होवे। फिर जिंद जिंद की गल है हुण, फिर जिंद मालक नूं भी सोहनी लगदी है, निरंकार नूं। ये जिंद फिर समाज नूं भी सोहनी लगदी है, संसार नूं भी सोहनी लगदी है, परिवार नूं भी सोहनी लगदी है। जिंद ये जिंद जो गुणां नाल शंगारी गई। तीजे पातशाह जी कहते भै भाए शिंगार बनाए, निवड़ सो अखर खावण गुण जेबा मणियां मंत। ये त्रै भैणे बेस करता बस आवी कंत। भैणे का अर्थ है सारे सतसंगियों ने कहे आवो भैणे गल मिले कंत से लड़ियां, मिलके करें कहानियां समर्थ कंत कीआं। ये दसना पैंदा विच भी, किते गुरु जी सारे सतसंगियों को भाई कह दिंदे है, किते सारे सतसंगियों को भैणा कह दिंदे है। भाव वो रूहानी मंडल जिथे मेल फमेल का फर्क नहीं रह जाता। इदां भी लिखिया बाणी च आवो भैणे गल मिले अंत सही लड़ियां, मिलके करें कहानियां समर्थ कंत कीआं। आओ सतसंगी भैनों मिलके अपने मालक दीआं बड़ाइयां करिए। सो इत्थे भाव की हो गया फिर भी ये त्रै भैणे ऐ मेरी जिंद रूप है मेरी जिंदे ये गुणां दा शंगार कर। निवण सो अखर खावण गुण जेबा मणियां मंत। ये त्रै भैणे बेस करता बस आवी कंत। भै कीआं दे सलाइयां लैनी भाव का कर शिंगारो, तां सुहागण जानियां लागी जा शौ भरे। सो शंगार करिए गुणां दा। इत्थों तक जी आपां जो अजकल चलदा है ਉਹਦੇ मुताबिक गल की है सारे वास्ते। लो जी हुण अगले वचन भी हुण तां सारे वास्ते होणगे, पर हुण मैं सिंह ते बीबा मनप्रीत कौर ध्यान करना चेचे तौर पर सवरून करके कहांगा। लो जी हुण रहत मर्यादा दे विच पहला तां सांझी सिੱਖਿਆ दृढ़ करवाई जाती है। वो की है? हाँ जी, परगट सिंह ते मनप्रीत कौर सांझी सिੱਖਿਆ की है कि पति पत्नी एक आत्मक रिश्ता है। गुरबाणी विच वचन आउंदा है धन फिर ये ना आखिए बहन इकट्ठे होए, एक जोत दोए मूर्ति धन फिर कहिए सोए। पति पत्नी कहते सिर्फ दो शरीरों की नेड़ता नूं पति पत्नी नहीं कहा जाता। धन फिर ये ना आखिए बहन इकट्ठे होए, एक जोत दोए मूर्ति कहते वो पति पत्नी कहा सकते हैं जिन्हां दी जोत एक हो जाए मूर्तां दो। एक जोत दोए मूर्ति धन फिर कहिए सोए। ਉਹੀ पति पत्नी आखे जा सकते हैं जिन्हां दियां मूर्तां दो ते जोत एक दा भाव दोनों की सोच एक, भी जमा फर्क ही नहीं रहा हो रही, दोनों की विचार एक, बिल्कुल कोई फर्क ही नहीं रहा, दोवां की विचारधारा एक। इनू कहते एक जोत होना, एक सोच, एक विचार, बिल्कुल कोई किसी गल का कोई फर्क ही नहीं रहा। सो इनू कहते एक जोत होना। सो इदा एक पवित्र आत्मक रिश्ता है, एक पवित्र आत्मक रिश्ता है। इस पति पत्नी के पवित्र रिश्ते की पवित्रता को कायम रखना है तो गुरबाणी का वचन याद रखना है कि ये आत्मक रिश्ता है, जोत तक एक हो जाए। फिर अकले कले को सिक्ख्या दृढ़ करवाई है। हाँ जी, काका परगट सिंह
ਕਾਕਾ ਜੀ ਤੁਹਾਨੂੰ ਪਤਾ ਹੈ ਨਾ, ਤੁਹਾਨੂੰ ਬੀਬਾ ਜੀ ਦੇ ਪਿਤਾ ਜੀ ਸਰਦਾਰ ਬਲਜਿੰਦਰ ਸਿੰਘ ਨੇ ਸਾਰੀ ਦੁਨੀਆ ਦੇ ਲੜਕਿਆਂ ਵਿੱਚੋਂ ਆਪਣੀ ਸੁਪੁੱਤਰੀ ਵਾਸਤੇ ਵਰ ਚੁਣਿਆ ਹੈ। ਸਾਰੀ ਦੁਨੀਆ ਦੇ ਲੜਕਿਆਂ ਦੇ ਵਿੱਚੋਂ ਕਾਕਾ ਪ੍ਰਗਟ ਸਿੰਘ ਜੀ ਤੁਹਾਡੀ ਸਿਲੈਕਸ਼ਨ ਕੀਤੀ ਹੈ, ਗੁਣਾਂ ਦੇ ਆਧਾਰ ਤੇ ਚੋਣ ਕੀਤੀ ਹੈ। ਭਾਵ ਵੀ ਕਾਕਾ ਅੰਮ੍ਰਿਤਧਾਰੀ ਹੈ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ ਹੈ, ਬਾਣੀ ਪੜ੍ਹਨ ਵਾਲਾ ਹੈ, ਬੁਰਾਈਆਂ ਤੋਂ ਬਚਿਆ ਹੋਇਆ ਹੈ। ਸੋ ਇੱਦਾਂ ਦੇ ਗੁਣ ਵੇਖ ਕੇ ਤੁਹਾਡੀ ਚੋਣ ਕੀਤੀ ਹੈ ਸਾਰੀ ਦੁਨੀਆ ਦੇ ਲੜਕਿਆਂ ਵਿੱਚੋਂ ਮਨਪ੍ਰੀਤ ਕੌਰ ਦੇ ਜੀਵਨ ਸਾਥੀ ਦੇ ਤੌਰ ਤੇ ਤੈਨੂੰ ਮਾਣ ਹੋਣਾ ਚਾਹੀਦਾ ਹੈ ਵੀ ਸਰਦਾਰ ਬਲਜਿੰਦਰ ਸਿੰਘ ਨੇ ਮੈਨੂੰ ਚੁਣਿਆ ਹੈ ਸਾਰੀ ਦੁਨੀਆ ਦੇ ਲੜਕਿਆਂ ਚੋਂ। ਇਹ ਗੱਲ ਛੋਟੀ ਨਹੀਂ, ਗੱਲ ਬਹੁਤ ਵੱਡੀ ਹੈ। ਤੈਨੂੰ ਮਾਣ ਹੋਣਾ ਚਾਹੀਦਾ ਇਸ ਪਰਿਵਾਰ ਤੇ ਵੀ ਤੇਰੀ ਚੋਣ ਕੀਤੀ ਹੈ। ਤੇ ਦੂਸਰਾ ਕਾਕਾ ਜੀ ਆਪਣੇ ਜੋ ਆਚਰਣ ਦੇ ਵਿੱਚ ਪਰਪੱਕ ਰਹਿਣਾ ਹੈ। ਆਚਰਣ ਕਹਿ ਲਓ, ਕਰੈਕਟਰ ਕਹਿ ਲਓ, ਚਾਲ ਚੱਲਣ ਕਹਿ ਲਓ। ਅੱਜ ਤੋਂ ਮਨਪ੍ਰੀਤ ਕੌਰ ਤੇਰੀ ਜੀਵਨ ਸਾਥਣ ਹੈ। ਬਾਕੀ ਦੁਨੀਆ ਦੀਆਂ ਸਾਰੀਆਂ ਇਸਤਰੀਆਂ, ਵੱਡੀ ਉਮਰ ਮਾਤਾ ਜੀ ਬਰਾਬਰ ਦੀ ਦਾ ਥੋੜ੍ਹਾ ਬਹੁਤਾ ਫਰਕ, ਭੈਣ ਛੋਟੀ ਉਮਰ ਧੀਆਂ ਦੇ ਸਮਾਨ। ਸੋ ਇੱਦਾਂ ਆਚਰਨ ਵਿੱਚ ਪਰਪੱਕ ਰਹਿਣਾ ਹੈ। ਗੁਰੂ ਸਾਹਿਬ ਜੀ ਸਖਤੀ ਨਾਲ ਵੀ ਕਹਿੰਦੇ ਨੇ, ਕਿਆ ਗਾ ਲਾਇਓ ਭੂਸ਼ ਆ ਬੇਲਣਾ ਜੋ ਹੈ ਕੰਤ ਤੋਂ ਤਾਂ ਕੰਤ ਕਹਾਉਣ ਦਾ ਹੱਕਦਾਰ ਹੈ। ਅੱਜ ਤੋਂ ਤੂੰ ਬੀਬਾ ਮਨਪ੍ਰੀਤ ਕੌਰ ਦਾ ਕੰਤ ਹੈ, ਪਰ ਕੰਤ ਕਹਾਉਣ ਦਾ ਤਾਂ ਹੱਕਦਾਰ ਹੈ। ਤੇਰੇ ਹਿੱਸੇ ਦਾ ਫੁੱਲ ਤੈਨੂੰ ਮਿਲ ਗਿਆ, ਖਬਰਦਾਰ ਦੀ ਕਿਸੇ ਹੋਰ ਬੇਲ ਵੱਲ ਤੱਕਿਆ ਤਾਂ। ਪਰ ਬੇਲਣਾ ਜੋ ਹੈ ਕੰਤ ਤੋਂ। ਸੋ ਸਾਰਾ ਸੰਸਾਰ ਇਹ ਮਾਲਕ ਦੀ ਫੁਲਵਾੜੀ ਹੈ, ਖਿੜਿਆ ਹੋਇਆ ਹੈ, ਪਰ ਖਬਰਦਾਰ ਦੀ ਹੋਰ ਕਿਸੇ ਬੇਲ ਵੱਲ ਤੱਕਿਆ। ਸੋ ਆਚਰਨ ਦੀ ਪਰਪੱਕਤਾ ਦੀ ਸਿੱਖਿਆ। ਫਿਰ ਬੀਬਾ ਜੀ ਦੇ ਰਿਸ਼ਤੇਦਾਰਾਂ ਨੂੰ ਆਪਣੇ ਰਿਸ਼ਤੇਦਾਰ ਸਮਝਣਾ ਹੈ। ਬੀਬਾ ਦੇ ਮਾਤਾ ਪਿਤਾ ਆਪਣੇ ਹੀ ਮਾਤਾ ਪਿਤਾ ਸਮਝਦੇ ਹੈ, ਭੈਣ ਭਾਈ ਆਪਣੀ ਭੈਣ ਭਰਾ ਸਮਝ। ਜੋ ਵੀ ਰਿਸ਼ਤਾ ਹੈ ਉਹ ਰਿਸ਼ਤੇ ਇੱਕ ਹੋ ਗਏ, ਉਹੀ ਰਿਸ਼ਤਾ ਤੇਰਾ। ਸੋ ਇੱਦਾਂ ਰਿਸ਼ਤੇਦਾਰਾਂ ਨੂੰ ਆਪਣੇ ਹੀ ਰਿਸ਼ਤੇਦਾਰ ਸਮਝਦੇ ਹੋਏ ਪੂਰਾ ਮਾਣ ਸਤਿਕਾਰ ਦੇਣਾ ਹੈ। ਫਿਰ ਹਾਂਜੀ ਬੀਬਾ ਮਨਪ੍ਰੀਤ ਕੌਰ। ਬੀਬਾ ਜੀ ਤੁਹਾਨੂੰ ਪਤਾ ਹੈ, ਤੁਹਾਡੇ ਪਿਤਾ ਜੀ ਸਰਦਾਰ ਬਲਜਿੰਦਰ ਸਿੰਘ ਨੇ ਤੁਹਾਡੇ ਵਾਸਤੇ ਵਰ ਚੁਣਿਆ ਹੈ ਪ੍ਰਗਟ ਸਿੰਘ ਨੂੰ। ਅੱਜ ਤੋਂ ਬੀਬਾ ਪ੍ਰਗਟ ਸਿੰਘ ਤੇਰਾ ਜੀਵਨ ਸਾਥੀ ਹੈ, ਕਿਉਂਕਿ ਤੇਰੇ ਪਿਤਾ ਜੀ ਨੇ ਚੋਣ ਕੀਤੀ ਹੈ ਗੁਣਾਂ ਦੇ ਆਧਾਰ ਤੇ ਆਪਣੇ ਪਤੀਵਰਤਾ ਧਰਮ ਵਿੱਚ ਵੀ ਪਰਪੱਕ ਰਹਿਣਾ ਹੈ, ਆਚਰਨ ਵਿੱਚ ਪਰਪੱਕ ਰਹਿਣਾ ਹੈ। ਪ੍ਰਗਟ ਸਿੰਘ ਜੀਵਨ ਸਾਥੀ। ਬਾਕੀ ਦੁਨੀਆ ਦੇ ਸਾਰੇ ਪੁਰਸ਼, ਵੱਡੀ ਉਮਰ ਬਜ਼ੁਰਗ ਬਾਪੂ ਜੀ, ਠੀਕ ਉਮਰ ਹੈ ਤਾਂ ਵੀਰ ਜੀ, ਛੋਟੀ ਉਮਰ ਬੱਚਿਆਂ ਦੇ ਸਮਾਨ। ਪ੍ਰਗਟ ਸਿੰਘ ਦੇ ਸਾਰੇ ਰਿਸ਼ਤੇਦਾਰਾਂ ਦਾ ਆਪਣੇ ਰਿਸ਼ਤੇਦਾਰ ਸਮਝ ਕੇ ਹੀ ਮਾਣ ਸਤਿਕਾਰ ਕਰਨਾ ਹੈ। ਇਹਨਾਂ ਦੇ ਮਾਤਾ ਪਿਤਾ, ਹੁਣ ਬੀਬਾ ਜੀ ਤੁਹਾਡੀ ਮਾਤਾ ਪਿਤਾ ਹੈ, ਇਹਨਾਂ ਦੇ ਭੈਣ ਭਰਾ ਤੁਹਾਡੀ ਭੈਣ। ਸੋ ਸਾਰੇ ਰਿਸ਼ਤੇਦਾਰਾਂ ਦਾ ਆਪਣੇ ਹੀ ਰਿਸ਼ਤੇਦਾਰ ਸਮਝਦੇ ਹੋਏ ਪੂਰਾ ਮਾਣ ਸਤਿਕਾਰ ਕਰਨਾ ਹੈ। ਕੋਈ ਵੀ ਕੰਮਕਾਰ ਆਪਸੀ ਸਲਾਹ ਮਸ਼ਵਰਾ ਕਰਕੇ ਕਰਨਾ ਹੈ। ਕਿਤੇ ਆਉਣਾ ਜਾਣਾ ਹੈ, ਸਲਾਹ ਮਸ਼ਵਰਾ ਕਰਨਾ ਜ਼ਰੂਰੀ ਹੁੰਦਾ ਹੈ। ਮਾੜੀਆਂ ਮੋਟੀਆਂ ਗੱਲਾਂ ਘਰਾਂ 'ਚ ਹੁੰਦੀਆਂ ਰਹਿੰਦੀਆਂ, ਪਰ ਗੁਰਸਿੱਖਾਂ ਦੇ ਤੋਂ ਵੀ ਕਿਰਪਾ ਹੁੰਦੀ ਹੈ। ਚੱਲ ਫਿਰ ਵੀ ਕੋਈ ਮਾੜੀ ਮੋਟੀ ਗੱਲ ਹੋ ਜਾਂਦੀ ਹੈ, ਆਪਣੇ ਘਰ ਦੀ ਗੱਲ ਨੂੰ ਆਪਣੇ ਘਰ ਵਿੱਚ ਰੱਖਣਾ ਜ਼ਰੂਰੀ ਹੁੰਦਾ। ਆਪਣੇ ਘਰ ਦੀ ਗੱਲ ਕਦੇ ਵੀ ਬਾਹਰ ਨਾ ਕਰੀਏ। ਸਾਰਿਆਂ ਵਾਸਤੇ ਸਿੱਖਿਆ ਵੀ ਦੇ ਦਿਆਂ ਵੀ ਘਰ ਦੀ ਗੱਲ ਕੋਈ ਰਿਸ਼ਤੇਦਾਰਾਂ ਕੋਲ ਬਿਲਕੁਲ ਨਾ ਕਰੋ। ਰਿਸ਼ਤੇਦਾਰ ਸਵਾਦ ਲੈਂਦੇ ਹੈ, ਤੁਹਾਡੇ ਤੇ ਚੌਧਰਪਣਾ ਕਰਦੇ ਹੈ। ਮੇਰਾ ਨਿੱਜੀ ਤਜਰਬਾ ਹੈ, ਘਰ ਦੀ ਲੜਾਈ ਰਿਸ਼ਤੇਦਾਰਾਂ ਕੋਲ ਵੀ ਨਾ ਕਰੋ। ਘਰ ਦੀ ਗੱਲ ਘਰ ਵਿੱਚ ਰੱਖੋ। ਮਾੜੀ ਮੋਟੀ ਗੱਲ ਹੋ ਜਾਂਦੀ ਹੈ, ਬਹਿ ਕੇ ਕੋਈ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ, ਸੁਲਝਾ ਲਓ, ਇੰਨੀ ਗੱਲ ਨਹੀਂ ਹੁੰਦੀ ਕੋਈ। ਜੇ ਆਪਣੇ ਘਰ ਦੀ ਗੱਲ ਬਾਹਰ ਕਰਾਂਗੇ, ਅਸੀਂ ਗੁਲਾਮ ਹੋ ਜਾਵਾਂਗੇ ਦੂਜਿਆਂ ਦੇ, ਚੌਧਰ ਕਰੂ ਸਾਡੇ ਤੇ ਕੋਈ। ਇਸ ਕਰਕੇ ਇਹ ਸਿੱਖਿਆ ਨੂੰ ਵੀ ਦ੍ਰਿੜ ਕਰਨ ਦੀ ਕੋਸ਼ਿਸ਼ ਕਰੀਏ। ਤਿੰਨ ਭਾਬੇ ਵੀ ਦ੍ਰਿੜ ਕਰਾਇਆ ਕਰਦੇ ਸੀ। ਗੁਰੂ ਅਮਰਦਾਸ ਸਾਹਿਬ ਜਦੋਂ ਵੀ ਆਨੰਦ ਕਾਰਜ ਕਰਾਉਂਦੇ, ਆਪ ਪਾਤਸ਼ਾਹ ਆਨੰਦ ਕਾਰਜ ਕਰਾਇਆ ਕਰਦੇ ਸੀ। ਗੋਇੰਦਵਾਲ ਸਾਹਿਬ
ਉਦੋਂ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਹ ਸਿੱਖਿਆ ਵੀ ਆਪ ਦਿਆ ਕਰਦੇ ਸੀ। ਉਹ ਵੀ ਸਾਂਝੀ ਕਰ ਦੇਵਾਂ। 3 ਭੱਬੇ ਦ੍ਰਿੜ ਕਰਾਏ। ਪਹਿਲਾ ਭੱਬਾ ਹੈ ਭਲਾ ਜੀ। ਭਲਾ ਜੀ ਭਾਵ ਕਿ ਆਪਣੀ ਡਿਊਟੀ ਨੂੰ ਖੁਸ਼ੀ ਨਾਲ ਕਰਨਾ ਹੈ। ਜਿਹੜੀ ਆਪਣੀ ਡਿਊਟੀ ਬਣਦੀ ਹੈ, ਪ੍ਰਗਟ ਸਿੰਘ ਜੀ ਤੁਹਾਡੀ ਡਿਊਟੀ ਬਣਦੀ ਹੈ, ਬੀਬਾ ਮਨਪ੍ਰੀਤ ਕੌਰ ਤੁਹਾਡੀ ਜੋ ਵੀ ਡਿਊਟੀ ਹੈ, ਜੋ ਵੀ ਕੰਮ ਕਰਨਾ ਹੈ ਉਹ ਖੁਸ਼ੀ ਖੁਸ਼ੀ ਕਰਨਾ ਹੈ। ਕਿਉਂਕਿ ਕਈ ਵਾਰ ਕੀ ਹੁੰਦਾ ਹੈ, ਅਸੀਂ ਕੰਮ ਕਰਦੇ ਵੀ ਹਾਂ, ਖਿੱਝਦੇ ਰਹਿੰਦੇ ਹਾਂ ਵੀ ਚਲੋ ਤਾਂ ਮੈਨੂੰ ਕਰਨਾ ਹੀ ਪਊਗਾ ਜਾਂ ਤਾਂ ਇੱਦਾਂ ਕਰਨਾ ਪਊ। ਆਪਣੇ ਕੰਮ ਨੂੰ ਖੁਸ਼ੀ ਨਾਲ ਕਰਨਾ, ਚਾਅ ਨਾਲ ਕਰਨਾ। ਜੋ ਵੀ ਆਪਣਾ ਕੰਮਕਾਰ, ਆਪਣੀ ਡਿਊਟੀ ਹੈ, ਆਪਣਾ ਫਰਜ਼ ਹੈ, ਆਪਣੀ ਜ਼ਿੰਮੇਵਾਰੀ ਹੈ, ਉਹਨੂੰ ਖੁਸ਼ੀ ਦੇ ਨਾਲ ਚੰਗਾ ਸਮਝ ਕੇ ਨਿਭਾਉਣਾ। ਇਹ ਹੈ ਭੱਬਾ ਭਲਾ ਜੀ, ਪਹਿਲਾ ਭੱਬਾ। ਦੂਸਰਾ ਭੱਬਾ ਹੈ ਗਲਤੀ ਹੋ ਜਾਂਦੀ ਹੈ। ਮੰਨ ਲਓ ਪ੍ਰਗਟ ਸਿੰਘ ਗਲਤੀ ਹੋ ਗਈ ਕੋਈ, ਭੁੱਲਾ ਜੀ ਮੰਨ ਲਓ ਤੈਨੂੰ ਟੋਕਿਆ ਮਨਪ੍ਰੀਤ ਕੌਰ ਨੇ ਜਾਂ ਮਾਤਾ ਪਿਤਾ ਨੇ, ਇਹ ਨਹੀਂ ਕਹਿਣਾ ਮੂਹਰੋਂ ਵੀ ਤੁਸੀਂ ਕੌਣ ਮੈਨੂੰ ਟੋਕਣ ਵਾਲੇ, ਫਿਰ ਨਹੀਂ ਕਾਕਾ ਘਰ ਵਸਦੇ ਹੁੰਦੇ। ਅੱਗੋਂ ਕੀ ਕਹਿਣਾ ਹੈ, ਮਾਫ ਕਰਨਾ, ਇਹ ਮੈਥੋਂ ਭੁੱਲ ਗਲਤੀ ਹੋ ਗਈ, ਮੈਂ ਪੂਰਾ ਯਕੀਨ ਦਿਵਾਉਂਦਾ ਹਾਂ ਕਿ ਅੱਜ ਤੋਂ ਬਾਅਦ ਇਹ ਗਲਤੀ ਦੁਬਾਰਾ ਨਹੀਂ ਹੋਵੇਗੀ, ਇਸ ਵਾਰ ਮੈਨੂੰ ਮਾਫ ਕਰ ਦਿੱਤਾ ਜਾਵੇ। ਤੇਰੀ ਗਲਤੀ ਟੋਕਣ ਵਾਸਤੇ ਮਨਪ੍ਰੀਤ ਕੌਰ ਵੀ ਬਰਾਬਰ ਦੀ ਹੱਕਦਾਰ ਹੈ। ਜਾਂ ਮਾਤਾ ਪਿਤਾ ਨੇ ਕਿਹਾ ਵੀ ਬੇਟਾ ਤਾਂ ਗਲਤ ਹੋ ਗਿਆ, ਉਸ ਵੇਲੇ ਅਫਸੋਸ ਪ੍ਰਗਟ ਕਰਨਾ ਹੈ, ਅੱਗੇ ਤੋਂ ਗਲਤੀ ਨਹੀਂ ਕਰਨੀ। ਇੱਦਾਂ ਹੀ ਬੀਬਾ ਮਨਪ੍ਰੀਤ ਕੌਰ ਕੋਈ ਗਲਤੀ ਹੋ ਗਈ, ਆਪਣੇ ਜੀਵਨ ਸਾਥੀ ਨੇ ਟੋਕਿਆ ਜਾਂ ਸੱਸ ਮਾਂ ਨੇ ਟੋਕਿਆ ਜਾਂ ਸਹੁਰਾ ਪਿਤਾ ਜੀ ਨੇ ਟੋਕਿਆ, ਤਾਂ ਕਹਿ ਦੇਣਾ ਹਾਂਜੀ ਮੈਥੋਂ ਗਲਤੀ ਹੋ ਗਈ। ਸੱਸ ਮਾਂ ਨੇ ਟੋਕਿਆ, ਮਾਤਾ ਜੀ ਮੈਥੋਂ ਗਲਤੀ ਹੋ ਗਈ, ਅੱਜ ਤੋਂ ਬਾਅਦ ਇਹ ਗਲਤੀ ਦੁਬਾਰਾ ਕਦੇ ਨਹੀਂ ਹੋਵੇਗੀ। ਪ੍ਰਗਟ ਸਿੰਘ ਨੇ ਟੋਕਿਆ ਤਾਂ ਵੀ ਕਹਿ ਦੇਣਾ ਹਾਂਜੀ ਮੇਰੀ ਗਲਤੀ ਅੱਜ ਤੋਂ ਬਾਅਦ ਨਹੀਂ ਹੋਵੇਗੀ। ਸੋ ਇੱਦਾਂ ਇਹਨੂੰ ਕਹਿੰਦੇ ਨੇ ਭੁੱਲੀ ਜੀ। ਆਪਣੀ ਗਲਤੀ ਨੂੰ ਮੰਨਣਾ ਵੀ ਸੂਰਮਗਤੀ ਹੁੰਦੀ ਹੈ। ਉਹ ਬਹੁਤ ਮੂਰਖ ਲੋਕ ਹੁੰਦੇ ਨੇ ਜਿਹੜੇ ਗਲਤੀ ਵੀ ਕਰਦੇ ਆ, ਗਲਤੀ ਤੇ ਸਟੈਂਡ ਵੀ ਲੈਂਦੇ ਆ। ਇਸ ਕਰਕੇ ਭੁੱਲਾ ਜੀ, ਭੁੱਲੀ ਜੀ ਦੋਨੇ ਦ੍ਰਿੜ ਕਰ ਲਓ। ਤੀਜਾ ਭੱਬਾ ਹੁੰਦਾ ਭਾਣਾ ਜੀ। ਜ਼ਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ, ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਆ ਤਿੱਥੇ ਚੰਗੀ ਚੁੱਪ। ਵੈਸੇ ਜਿਨ੍ਹਾਂ ਨੂੰ ਗੁਰਮਤਿ ਦਾ ਗਿਆਨ ਹੈ ਉਹ ਤਾਂ ਡੋਲਦੇ ਨਹੀਂ, ਜੋ ਕਿਰਪਾ ਤੁਹਾਡੇ ਤੇ, ਪਰ ਆਮ ਤੌਰ ਦੇ ਉੱਤੇ ਜੋ ਗ੍ਰਸਤੀ ਲੋਕ ਨੇ ਇਹਨਾਂ ਨੂੰ ਫਿਰ ਲੁੱਟ ਕੇ ਖਾਂਦੇ ਨੇ। ਚੇਲੇ, ਜੋਤਸੀ, ਡੇਰਿਆਂ ਵਾਲੇ। ਸੋ ਕਦੇ ਵੀ ਆਪਣੇ ਦੁੱਖ ਤਕਲੀਫ ਤੋਂ ਘਬਰਾ ਕੇ ਕਿਸੇ ਜੋਤਸੀ ਨੂੰ ਹੱਥ ਨਾ ਦਿਖਾਓ ਜ਼ਿੰਦਗੀ 'ਚ, ਕਿਉਂਕਿ ਜੋਤਿਸ਼ ਪਾਂਡੇ ਦਾ ਝੂਠ ਹੈ। ਕਦੇ ਵੀ ਜ਼ਿੰਦਗੀ 'ਚ ਕਿਸੇ ਚੇਲੇ ਕੋਲੇ ਪੁੱਛ ਲੈਣ ਨਾ ਜਾਓ ਵੀ ਸਾਡੀ ਕੋਈ ਤਕਲੀਫ ਠੀਕ ਹੋ ਜੂ, ਸਾਡਾ ਕੋਈ ਮਸਲਾ ਕਾ ਹੱਲ ਕਰ ਦੂ ਚੇਲਾ। ਕਦੇ ਵੀ ਕਿਸੇ ਡੇਰੇ ਵਾਲੇ ਤੋਂ ਕੋਈ ਸਵਾਹ ਦੀ ਪੁੜੀ ਨਾ ਲੈ ਕੇ ਆਓ। ਸੋ ਇੱਦਾਂ ਦੁੱਖਾਂ ਤਕਲੀਫਾਂ ਤੋਂ ਘਬਰਾ ਕੇ ਅਸੀਂ ਪਖੰਡੀਆਂ ਕੋਲ ਨਹੀਂ ਜਾਣਾ, ਭਾਣਾ ਮੰਨਣਾ ਹੈ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਕੇਤਿਆਂ ਦੂਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਸੋ ਇਹਨੂੰ ਕਹਿੰਦੇ ਨੇ ਭਾਣਾ ਜੀ। ਇਹ 3 ਭੱਬੇ ਜਿਹੜੇ ਮੰਨ ਕੇ ਚੱਲਦੇ ਐ। ਚੌਥਾ ਭੱਬਾ ਭਗਵਾਨ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਤੱਖ ਵਰਤਦਾ ਹੈ। ਉੱਥੇ ਮਾਲਕ ਦੀ ਕਿਰਪਾ ਪ੍ਰਤੱਖ ਤੌਰ ਤੇ ਵਰਤਦੀ ਹੈ। ਇਹ ਹੈ ਜੀ ਭੱਬੇ। ਲਓ ਜੀ ਹੁਣ ਅੱਗੇ ਬਹੁਤਾ ਸਮਾਂ ਨਹੀਂ, ਸੋ 4 ਲਾਵਾਂ ਇਸ਼ਾਰਾ ਮਾਤਰ ਦੇ ਦਿਆਂ। ਰੂਹਾਨੀਅਤ ਦੀਆਂ 4 ਸਟੇਜਜ਼ ਨੇ ਜੋ ਕਿ ਸਿੱਖ ਰਹਿਤ ਮਰਜ਼ਾਦਾ ਦੇ ਮੁਤਾਬਕ ਆਪਾਂ ਦੁਨਿਆਵੀ ਆਨੰਦ ਕਾਰਜ ਵੇਲੇ ਵੀ ਪੜ੍ਹਦੇ ਹਾਂ, ਪਰ ਇਹਦਾ ਭਾਵ ਹੈ 4 ਰੂਹਾਨੀਅਤ ਦੀਆਂ ਸਟੇਜਾਂ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਪ੍ਰਵਿਰਤੀ ਕਰਮ ਕੀ ਹੁੰਦੇ ਆ? ਜੋ ਗੁਰੂ ਜੀ ਕਹਿੰਦੇ ਨੇ ਉਹ ਕਰਨਾ ਹੈ, ਜਿਨ੍ਹਾਂ ਕੰਮਾਂ ਤੋਂ ਵਰਜਦੇ ਆ ਉਹ ਛੱਡਣੇ ਆ। ਵੀ ਗੁਰੂ ਗਿਆਨ ਦੀ ਆਗਿਆ ਵਿੱਚ ਆਉਣਾ ਇੱਥੋਂ ਸ਼ੁਰੂਆਤ ਹੁੰਦੀ ਹੈ। ਆਪਣੀ ਮਨਮਰਜ਼ੀ ਛੱਡਤੀ, ਗਿਆਨ ਦੀ ਆਗਿਆ 'ਚ ਚੱਲਣੇ ਸ਼ੁਰੂ ਹੋ ਗਏ। ਸਤਿਗੁਰ ਦੀ ਆਗਿਆ ਵਿੱਚ ਹਰ ਦੂੰਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਮਨ ਦੇ ਤਲ ਤੇ ਫਿਰ ਸਤਿਗੁਰ ਦਾ ਮੇਲ ਹੁੰਦਾ ਹੈ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਫਿਰ ਸੱਚੇ ਗਿਆਨ ਦੀ ਬਖਸ਼ਿਸ਼ ਦੇ ਨਾਲ ਸਾਡੀ ਨਿਰਲੇਪਤਾ ਬਣਦੀ। ਹਰ ਤੀਜੜੀ ਲਾਮ ਮਨ ਚਾਓ ਭਇਆ ਵੈਰਾਗੀਆ ਬਲਰਾਮ ਜੀਓ। ਵੈਰਾਗ ਦਾ ਅਰਥ ਕਹਿੰਦਾ ਬਾਹਰੀ ਪਕੜ ਖਤਮ ਹੁੰਦੀ ਹੈ। ਸੋ ਬਾਹਰੋਂ ਡਿਟੈਚ ਹੁੰਦਾ, ਅੰਦਰ ਅਟੈਚ ਹੁੰਦਾ ਹੈ।
ਰਹਿੰਦੇ ਰੱਬ ਦੇ ਪਿਆਰੇ ਵਿੱਚ ਹੀ ਹੈ, ਪਰ ਉਹਨਾਂ ਦੀ ਪਕੜ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। ਇਹ ਰੂਹਾਨੀਅਤ ਦੀ ਤੀਜੀ ਸਟੇਜ ਹੈ, ਜਿੱਥੇ ਆ ਕੇ ਬਾਹਰੀ ਪਕੜ ਬਿਲਕੁਲ ਖਤਮ, ਬਾਹਰੀ ਪਕੜ ਖਤਮ। ਸੋ ਜਿਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸਾਰਾ ਕੁਝ ਆ ਦਿਓ ਸਤਲੁਜ ਦੇ ਵਿੱਚ, ਪਕੜੀ ਕੋਈ ਨਹੀਂ ਨਾ, ਅੱਖਾਂ ਦੇ ਸਾਹਮਣੇ ਜੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਕੋਈ ਗੱਲ ਨਹੀਂ, ਪਕੜ ਕੋਈ ਨਹੀਂ। ਸੋ ਇਹ ਹੈ ਅਸਲ ਵੈਰਾਗ, ਵੀ ਬਾਹਰ ਦੀ ਪਕੜ ਸਾਰੀ ਖਤਮ। ਫਿਰ ਚੌਥੀ ਸਟੇਜ ਹੈ ਹਰ ਚੌਥਣੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀ। ਸੰਖੇਪ ਚ ਆਪਾਂ ਇੱਕ ਪੰਕਤੀ ਵਿਚਾਰੀ ਹੈ, ਸਹਿਜ ਜੋ ਕਿ ਇਹਦਾ ਮੁੱਢ ਕਦੀਮੀ ਸੁਭਾਅ ਜਿਹੜਾ ਪ੍ਰਗਟ ਹੋ ਜਾਂਦਾ ਹੈ, ਆਪੇ ਦਾ ਪ੍ਰਕਾਸ਼ ਹੋ ਗਿਆ। ਸੋ ਇਹ ਜੀ 4 ਰੂਹਾਨੀਅਤ ਦੀਆਂ ਸਟੇਜਾਂ ਨੇ, ਜੋ ਲਾਵਾਂ ਦਾ ਪਾਠ ਤੇ ਕੀਰਤਨ ਹੋਣਾ ਹੈ। ਗੁਰੂ ਦੇ ਪੱਲੇ ਲੱਗ ਕੇ ਅਸੀਂ ਜੀਵਨ ਜਿਉਣਾ ਹੈ। ਡੰਡਾ ਲਾਗੀ ਦਾ ਭਾਵ ਅਰਥ ਇਹਦੇ ਗਹਿਰੇ ਨੇ, ਬਾਹਰੀ ਨਹੀਂ। ਗੁਰੂ ਗਿਆਨ ਨਾਲ ਜੁੜ ਕੇ ਗੁਰੂ ਦੇ ਪੱਲੇ ਲੱਗ ਕੇ ਜੀਵਨ ਜਿਉਣਾ ਹੈ। ਹਿਰਦੇ ਦੀ ਸੇਜ ਤੇ ਫਿਰ ਉਹ ਆਤਮਿਕ ਵਿਆਹ ਹੁੰਦਾ ਹੈ, ਆਪਣਾ ਹੋ ਜੇ ਸਾਰਿਆਂ ਦਾ। ਮੇਰੀ ਸੇਜ ਜਿਹੜੀ ਹੈ ਅਡੰਬਰ ਬਣਿਆ, ਜਿਹੜਾ ਉਹ ਰੂਹਾਨੀ ਵਿਆਹ ਹੈ, ਜਿੱਥੇ ਜਿੰਦ ਦਾ ਵਿਆਹ ਹੁੰਦਾ ਆਪਣੇ ਮਾਲਕ ਪਰਮੇਸ਼ਰ ਨਾਲ ਅੰਤਰਾਤਮੇ, ਉਹ ਹਿਰਦੇ ਦੀ ਸੇਜ ਤੇ ਰਚਿਆ ਜਾਂਦਾ ਹੈ। ਮੇਰੀ ਸੇਜ ਜਿਹੜੀ ਹੈ ਅਡੰਬਰ ਬਣਿਆ, ਉਹ ਆਪਣੇ ਆਪ ਦੇ ਅੰਦਰ ਹੁੰਦਾ ਆਤਮਿਕ ਵਿਆਹ, ਜਿੱਥੇ ਫਿਰ ਗੁਰੂ ਬਾਬਲ ਦਾ ਧੰਨਵਾਦ ਕਰਦੀ ਹੈ ਜਿੰਦ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਉਹ ਆਤਮਿਕ ਵਿਆਹ ਦੀ ਗੱਲ ਹੈ। ਸੋ ਆਪਾਂ ਇੱਦਾਂ ਮੌਕਿਆਂ ਤੇ ਵੀ ਪੜ੍ਹ ਲੈਂਦੇ ਹਾਂ ਸ਼ਬਦ ਤਾਂ, ਪਰ ਹੈ ਅਸਲ ਦੇ ਵਿੱਚ ਵੀ ਕਿਤੇ ਉਹ ਸਾਡਾ ਹਿਰਦੇ ਦੀ ਸੇਜ ਤੇ ਵੀ ਕਿਤੇ ਵਿਆਹ ਹੋ ਜੇ ਨਾ ਜਿੰਦ ਦਾ, ਬਹੁਤ ਵੱਡੀ ਗੱਲ ਹੈ। ਸੋ ਆਪਾਂ ਉਮੀਦ ਕਰੀਏ ਉਹ ਆਤਮਿਕ ਵਿਆਹ ਵੀ ਸਾਡਾ ਹੋਵੇ, ਕਿ ਉਹ ਮਨੁੱਖਾ ਜਨਮ 'ਚ ਹੀ ਹੁੰਦਾ। ਉਹ ਆਤਮਿਕ ਵਿਆਹ ਪਸ਼ੂ ਦਾ ਨਹੀਂ ਹੁੰਦਾ, ਪੰਛੀ ਦਾ ਨਹੀਂ ਹੁੰਦਾ, ਹਿਰਦੇ ਦੀ ਸੇਜ ਤੇ ਹੁੰਦਾ। ਸੋ ਇੱਥੋਂ ਤੱਕ ਆਪਾਂ ਸਾਰੀ ਮਰਜ਼ਾਦਾ ਬਾਰੇ ਵਿਚਾਰ ਕੀਤੀ ਹੈ। ਹੁਣ ਭਾਈ ਪ੍ਰਗਟ ਸਿੰਘ ਤੇ ਬੀਬਾ ਮਨਪ੍ਰੀਤ ਕੌਰ ਖੜੇ ਹੋ ਕੇ ਪ੍ਰਣ ਕਰਨਗੇ ਵੀ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਬਾਣੀ ਦੀ ਸਿੱਖਿਆ ਸਰਵਣ ਕੀਤੀ ਹੈ, ਤੇ ਅਸੀਂ ਸਦਾ ਵਾਸਤੇ ਪਹਿਰਾ ਦੇਵਾਂਗੇ। ਫਿਰ ਪ੍ਰਣ ਕਰਕੇ ਨਮਸਕਾਰ ਕਰਕੇ ਬੈਠ ਜਾਣਗੇ। ਇਹ ਤੇ ਅਸੀਂ ਸਦਾ ਵਾਸਤੇ ਪਹਿਰਾ ਦੇਵਾਂਗੇ। ਫਿਰ ਪ੍ਰਣ ਕਰਕੇ ਨਮਸਕਾਰ ਕਰਕੇ ਬੈਠ ਜਾਣਗੇ। हाँ जी, हुण बीबा जी के पिता सरदार बलजिंदर सिंह जी भाई प्रगट सिंह का पल्ला बीबा जी नूं फड़ाउणगे ते बीबा मनप्रीत कौर जी सत्कार दे नाल दोवां हत्थां दे विच पल्ला आदब सत्कार नाल पकड़ लेना है। हाँ जी, इस तो बाद ग्रंथी सिंह जी अपनी ड्यूटी निभाउणगे ते उधरों कीर्तनी जथा अपनी ड्यूटी निभाउणगे। लावां दा पाठ होवेगा, कीर्तन होवेगा, प्रकरमा दा भाव हुंदा है सदा साडी सुरत विच रहे गुरु। असीं गुरु दे आसे पासे रहीए, कदे भी गुरु ज्ञान दे दायरे तो बाहर ना जाइए। मच्छी मौज करे पानी च तारियां लावे, आज़ाद है पर पानी तो बाहर नहीं जाण दी आज़ादी, पानी दे विच विच रहण दी आज़ादी है। सो गुरु ज्ञान साडी सुरत च रहे, साडे सुरत दा केंद्र रहन गुरु साहब जी। सो इस भावना नाल परिक्रमा करनी है ते नाल नाल लावां दा कीर्तन होवेगा। सो उस तो बाद जो शब्द जिस तरह कीर्तनी जथा चाहेगा उस तरह शब्द ढुकवें पढ़नगे। सारी सिक्ख्या जड़ कराउंदे दास तो भुल गलती हो जाती है, गुरु ते गुरु की संगतां बख्शण योग है। मत दी दात बख्शनी। वाहिगुरू जी का खालसा, वाहिगुरू जी की फतेह।